जद तक तुसी मन्नोगे नहीं ना कि साडे च कोई कमी है तद तक आपां सुधार वाल नहीं जा सकते। क्योंकि जद तक सानू ये लगदा रहूगा कि मेरे च तां कमी नहीं, मैं परफेक्ट आ, मेरी नॉलेज परफेक्ट आ, मेरा वजूद परफेक्ट आ, मेरी सिੱਖੀ परफेक्ट आ, तद तक असी सुधार वाल जा ही नहीं सकते, असी प्रॉब्लम वेखांगे ही नहीं। फिजिकल फिटनेस लड़न लई नहीं चाहिदी, तुहानू कॉन्फिडेंस लई भी चाहिदी आ। छोटे छोटे बच्चे जदों एक दूसरे नाल साडे पिंडां विच आम ही हो जांदा भी चलो जी घोल करो, ਉਹਦਾ ਮਤਲਬ ਕੀ ਆ ਕਿ ਜਿਹੜਾ ਇੱਕ ਨੂੰ ਸੁੱਟ ਲੈਂਦਾ ਨਾ ਉਹ ਫਿਰ ਦੂਜਾ ਉਹ ਬੜੀ ਉਹਦੀ ਹੱਲੇਸ਼ੇਰੀ ਹੋ ਜਾਂਦੀ ਆ ਕਿ ਇਹਦਾ ਕੌਨਫੀਡੈਂਸ ਉਹ ਆਪਣੇ ਆਪ ਹੀ ਕੌਨਫੀਡੈਂਸ ਬੂਸਟ ਹੁੰਦਾ ਆ। ਜਿਹੜੇ ਲੋਕ ਇਹ ਸੋਚਦੇ ਸੀ ਕਿ ਅਸੀਂ ਸਿਰਫ ਪੰਡਤਾਂ ਜਾਂ ਪੀਰਾਂ ਫਕੀਰਾਂ ਦੇ ਉੱਤੇ ਵਿਸ਼ਵਾਸ ਕਰਨਾ, ਉਹ ਹੁਣ ਇੱਕ ਦੂਸਰੇ ਨਾਲ ਜਦੋਂ ਮੱਲ ਅਖਾੜੇ ਦੇ ਵਿੱਚ ਆਪ ਘੋਲ ਕਰਦੇ ਨੇ, ਆਪ ਕੁਸ਼ਤੀ ਕਰਦੇ ਨੇ, ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਉਹ ਆਪਣੇ ਅੰਦਰ ਦੀ ਫਿਜ਼ੀਕਲ ਸਟਰੈਂਥ ਨੂੰ ਪਹਿਚਾਣਦੇ ਨੇ। ਅਜੇ ਤੱਕ ਤਾਂ ਉਹਨਾਂ ਨੇ ਆਪਣੀ ਫਿਜ਼ੀਕਲ ਸਟਰੈਂਥ ਪਹਿਚਾਣੀ ਨਹੀਂ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਨੂੰ ਸਭ ਤੋਂ ਵੱਡੇ ਭੈ ਤੋਂ ਮੁਕਤ ਕਰਦੇ, ਔਰ ਸਭ ਤੋਂ ਵੱਡਾ ਭੈ ਦੁਨੀਆ ਵਿੱਚ ਇੱਕ ਆ, ਉਹ ਹੈ ਮੌਤ ਦਾ ਭੈ। ਜਦੋਂ ਤੁਹਾਨੂੰ ਇਹ ਲੱਗਦਾ ਨਾ ਕਿ ਮੇਰੀ ਮੌਤ ਸਾਹਮਣੇ ਆ, ਫਿਰ ਤੁਸੀਂ ਸਭ ਕੁਝ ਮੰਨਣ ਨੂੰ ਤਿਆਰ ਹੋ ਜਾਂਦੇ ਆ, ਫਿਰ ਤੁਸੀਂ ਆਪਣੇ ਸਿਧਾਂਤ ਵੀ ਛੱਡਣ ਨੂੰ ਤਿਆਰ ਹੋ ਜਾਂਦੇ ਆ। ਇੱਕ ਆਮ ਆਦਮੀ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਤੱਤੀ ਤਵੀ ਤੇ ਬੈਠਦੇ ਆ, ਆਪ ਸ਼ਹੀਦ ਹੁੰਦੇ ਆ। ਪ੍ਰੈਕਟੀਕਲੀ ਇਹਨਾਂ ਸਿੱਖਾਂ ਨੂੰ ਉਹ ਸਮਝਾ ਦਿੰਦੇ ਆ ਕਿ ਮੌਤ ਕੋਈ ਖੌਫ ਨਹੀਂ। ਉਹ ਆਪ ਕਰਕੇ ਸਵੈਮ ਉਸ ਚੀਜ਼ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ ਤੁਹਾਨੂੰ ਮੌਤ ਦੇ ਭੈ ਤੋਂ ਮੁਕਤ ਕਰ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਆਪਾਂ ਜੋ ਪਿਛਲੇ ਐਪੀਸੋਡ ਤੱਕ ਗੱਲ ਕਰ ਚੁੱਕੇ ਉਹ ਇਹ ਸੀ ਕਿ ਅਸੀਂ ਇਹ ਮੰਨਦੇ ਕਿਉਂ ਨਹੀਂ ਕਿ ਸਾਡੇ 'ਚ ਕੋਈ ਕਮੀ ਹੈ। ਮੈਂ ਤੁਹਾਡੇ ਨਾਲ ਇਹ ਬੜੇ ਵਿਸਤਾਰ 'ਚ ਗੱਲ ਕੀਤੀ ਸੀਗੀ ਕਿ ਕਿਵੇਂ ਕੁਝ ਜਿਹੜੇ ਸਾਡੇ ਐਕਸਕਿਊਜ਼ਿਸ ਨੇ ਉਹ ਅਨਕੌਂਸ਼ੀਅਸ ਐਕਸਕਿਊਜ਼ਿਸ ਹੁੰਦੇ ਆ। ਪਹਿਲਾਂ ਅਸੀਂ ਕੌਂਸ਼ੀਅਸਲੀ ਉਹ ਐਕਸਕਿਊਜ਼ ਕੱਢਣੇ ਸ਼ੁਰੂ ਕਰਦੇ ਹਾਂ, ਔਰ ਉਸ ਤੋਂ ਬਾਅਦ ਉਹ ਫਿਰ ਇੱਕ ਐਸੇ ਲੈਵਲ ਦੇ ਉੱਤੇ ਚਲੇ ਜਾਂਦੇ ਆ ਜਿੱਥੇ ਉਹ ਅਨਕੌਂਸ਼ੀਅਸ ਲੈਵਲ ਦੇ ਉੱਤੇ ਜਾ ਕੇ ਪੈ ਜਾਂਦੇ ਆ। ਇਸੇ ਵਿੱਚ ਮੈਂ ਪਿਛਲੀ ਵਾਰ ਵੀ ਇਹ ਕੋਟ ਕੀਤਾ ਸੀ, ਮੈਂ ਐਰਕੀ ਵੀ ਇਹ ਕੋਟ ਕਰਨਾ ਚਾਹੂੰਗੀ। ਮਾਈਕਲ ਹਾਲ ਦੀ ਇੱਕ ਐਸੇ ਹੈ ਦ ਸਟਰਕਚਰ ਆਫ ਅਨਕੌਂਸ਼ੀਅਸ ਐਕਸਕਿਊਜ਼ਿਸ। ਉਹਦੇ ਵਿੱਚੋਂ ਪਹਿਲੀਆਂ 4 ਲਾਈਨਾਂ ਵਿੱਚ ਇਹ ਗੱਲ ਖ਼ਤਮ ਕਰ ਦਿੰਦਾ, ਵੈਨ ਐਕਸਕਿਊਜ਼ਿਸ ਗੋ ਸੋ ਫਾਰ ਇਨ ਟੂ ਦੀ ਓਜ਼ੋਨ ਆਫ ਆਰ ਮੈਟਾ ਲੈਵਲਸ ਦੈਟ ਵੀ ਲੂਜ਼ ਕੌਂਸ਼ੀਅਸਨੈਸ ਦੈਟ ਵੀ ਆਰ ਮੇਕਿੰਗ ਐਕਸਕਿਊਜ਼ਿਸ। ਉਹ ਕਹਿੰਦਾ ਕਿ ਜਿਹੜੇ ਬਹਾਨੇ ਹੈ ਨਾ, ਐਕਸਕਿਊਜ਼ਿਸ ਹੈ ਜੋ ਅਸੀਂ ਕੌਂਸ਼ੀਅਸਲੀ ਕੱਢਦੇ ਹਾਂ, ਉਹ ਇੱਕ ਐਸੇ ਮੈਟਾ ਲੈਵਲ ਦੇ ਉੱਤੇ ਬਾਰ-ਬਾਰ ਦੁਹਰਾਉਣ ਤੋਂ ਬਾਅਦ ਇੱਕ ਐਸੇ ਲੈਵਲ ਦੇ ਉੱਤੇ ਜਾ ਕੇ ਪਹੁੰਚ ਜਾਂਦੇ ਆ ਜਿੱਥੇ ਸਾਨੂੰ ਲੱਗਣ ਲੱਗ ਜਾਂਦਾ ਕਿ ਉਹ ਜਿਹੜੇ ਐਕਸਕਿਊਜ਼ਿਸ ਆ ਉਹ ਸੱਚ ਆ, ਉਹ ਸਾਡਾ ਹਿੱਸਾ ਬਣ ਜਾਂਦੇ ਆ। ਅਤੇ ਹੁਣ ਜਦੋਂ ਉਹ ਸਾਡਾ ਹਿੱਸਾ ਬਣ ਗਏ, ਜਦੋਂ ਉਹ ਸਾਡੀ ਹੀ ਪਰਸਨੈਲਿਟੀ ਦਾ ਹਿੱਸਾ ਬਣ ਗਏ, ਫਿਰ ਉਹ ਜੋ ਮੇਰੇ ਝੂਠੇ ਸੱਚ ਨੇ, ਜੋ ਮੇਰੇ ਲਈ ਸੱਚ ਹੈ ਪਰ ਹੈ ਉਹ ਝੂਠ, ਉਹ ਮੈਂ ਲੋਕਾਂ ਦੇ ਵਿੱਚ ਪ੍ਰਚਾਰਨਾ ਸ਼ੁਰੂ ਕਰ ਦਿੰਦੀ ਹਾਂ। ਉਹ ਮੈਂ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੀ ਹਾਂ ਕਿ ਦੇਖੋ ਜੀ, ਮੈਂ ਇਹ ਕੰਮ ਕਿਉਂ ਨਹੀਂ ਕਰਦਾ, ਮੈਂ ਇਹ ਕੰਮ ਇਸ ਲਈ ਨਹੀਂ ਕਰਦਾ, ਜਾਂ ਆਹ ਮੇਰੇ ਰੀਜ਼ਨਸ ਆ। ਉਹ ਜਿਹੜੇ ਰੀਜ਼ਨਸ ਹੁੰਦੇ ਆ ਉਹ ਬੇਸਿਕਲੀ ਮੇਰੇ ਆਪਣੇ ਐਕਸਕਿਊਜ਼ਿਸ ਹੁੰਦੇ ਆ। ਪਿਛਲੀ ਵਾਰ ਮੈਂ ਐਗਜ਼ਾਮਪਲ ਦਿੱਤੀ ਸੀਗੀ ਅੰਮ੍ਰਿਤ ਵੇਲੇ ਉੱਠਣ ਦੀ, ਕਿ ਉਹਦੇ ਵਾਸਤੇ ਅਸੀਂ ਕੀ ਕੀ ਐਕਸਕਿਊਜ਼ਿਸ ਬਣਾਉਂਦੇ ਹਾਂ। ਔਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕੀਤੀ ਸੀ ਕਿ ਕੁਝ ਸਾਈਨ ਪੋਸਟਿੰਗ ਕਰਕੇ ਗਈ ਸੀ ਮੈਂ ਪਿਛਲੀ ਵਾਰ, ਕਿ ਆਹ ਤੁਹਾਡੀਆਂ ਗਾਈਡਿੰਗ ਲਾਈਨਸ ਨੇ ਅਤੇ ਇਹਨਾਂ ਉੱਤੇ ਜ਼ਰਾ ਸੋਚ ਕੇ ਦੇਖਿਓ ਕਿ ਅਸੀਂ ਆਪਣੇ ਆਪ ਦੇ ਵਿੱਚ ਕਿਹੜੇ ਕਿਹੜੇ ਬਹਾਨੇ ਕੱਢਦੇ ਰਹਿੰਦੇ ਹਾਂ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀਗਾ ਕਿ ਇੱਕ ਡਾਇਰੀ ਨੂਮਾ ਕੋਈ ਚੀਜ਼, ਅਗਰ ਡਾਇਰੀ ਨਹੀਂ ਲਾਉਣੀ ਤਾਂ ਚਾਹੇ ਆਪਣੇ ਮੈਂਟਲ ਰਜਿਸਟਰ ਦੇ ਵਿੱਚ ਹੀ ਮਾਈਂਡ ਵਿੱਚ ਹੀ ਰਜਿਸਟਰ ਕਰੀ ਚੱਲੋ ਇਹ ਗੱਲਾਂ, ਕਿ ਤੁਸੀਂ ਕਿਹੜੀ ਕਿਹੜੀ ਗੱਲ ਦੇ ਉੱਤੇ ਇੱਕ ਐਕਸਕਿਊਜ਼ ਬਣਾਉਂਦੇ ਆ। ਕਿਉਂਕਿ ਇਹ ਕਿਉਂ ਜ਼ਰੂਰੀ ਸੀ, ਕਿਉਂਕਿ ਜਦ ਤੱਕ ਤੁਸੀਂ ਮੰਨੋਗੇ ਨਹੀਂ ਨਾ ਕਿ ਸਾਡੇ 'ਚ ਕੋਈ ਕਮੀ ਹੈ ਤਦ ਤੱਕ ਆਪਾਂ ਸੁਧਾਰ ਵੱਲ ਨਹੀਂ ਜਾ ਸਕਦੇ। ਕਿਉਂਕਿ ਜਦ ਤੱਕ ਸਾਨੂੰ ਇਹ ਲੱਗਦਾ ਰਹੂਗਾ ਕਿ ਮੇਰੇ 'ਚ ਤਾਂ ਕਮੀ ਨਹੀਂ, ਮੈਂ ਪਰਫੈਕਟ ਆ, ਮੇਰੀ ਨੌਲੇਜ ਪਰਫੈਕਟ ਆ, ਮੇਰਾ ਵਜੂਦ ਪਰਫੈਕਟ ਆ, ਮੇਰੀ ਸਿੱਖੀ ਪਰਫੈਕਟ ਆ, ਤਦ ਤੱਕ ਅਸੀਂ ਸੁਧਾਰ ਵੱਲ ਜਾ ਹੀ ਨਹੀਂ ਸਕਦੇ, ਅਸੀਂ ਪ੍ਰੋਬਲਮ ਵੇਖਾਂਗੇ ਹੀ ਨਹੀਂ। ਹੁਣ ਇਹ ਹੁੰਦਾ ਕੀ ਆ, ਔਰ ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇੱਕ ਕਲਾ ਹੈ ਆਪਣੇ ਆਪ ਨੂੰ ਵੇਖਣ ਦੀ। ਸਾਡੇ 'ਚੋਂ ਬਹੁਤੇ ਲੋਕ ਜਿਹੜੇ ਆ ਨਾ, ਉਹ ਅਕਸਰ ਲੋਕਾਂ ਨੂੰ ਹੀ ਦੇਖਦੇ ਰਹਿੰਦੇ ਆ। ਬੜਾ ਕਾਮਨ ਹੈਗਾ ਕਿ ਜਦੋਂ ਮੈਂ ਕਿਸੇ ਨੂੰ ਦੇਖੂੰਗੀ ਜਾਂ ਮੈਂ ਤੁਹਾਨੂੰ ਦੇਖੂੰਗੀ, ਤੁਸੀਂ ਮੈਨੂੰ ਦੇਖੋਗੇ, ਔਰ ਇੱਕ ਦੂਸਰੇ ਨੂੰ ਦੇਖ ਕੇ ਸਾਨੂੰ ਪਤਾ ਲੱਗੂਗਾ ਕਿ ਇਹਦੇ 'ਚ ਇਹ ਕਮੀ ਆ, ਤੁਸੀਂ ਮੇਰੇ 'ਚ ਕਮੀਆਂ ਕੱਢ ਦਿੰਦੇ ਆ, ਮੈਂ ਤੁਹਾਡੇ 'ਚ ਕਮੀਆਂ ਕੱਢ ਸਕਦੀ ਹਾਂ। ਤਾਂ ਉਹ ਜਿਹੜੀਆਂ ਕਮੀਆਂ ਹੈ ਉਹ ਬੇਸਿਕਲੀ ਕਿਉਂ ਆਉਂਦੀਆਂ, ਕਿਉਂ ਪਤਾ ਲੱਗਦੀਆਂ, ਕਿਉਂਕਿ ਅਸੀਂ ਦੇਖਦੇ ਹਾਂ। ਮੈਂ ਤੁਹਾਨੂੰ ਦੇਖ ਪਾਉਂਦੀ ਹਾਂ, ਤੁਸੀਂ ਮੈਨੂੰ ਦੇਖ ਪਾਉਂਦੇ ਹੋ। ਇਸੇ ਤਰੀਕੇ ਨਾਲ ਜਦੋਂ ਆਪਾਂ ਅੱਗੇ ਚੱਲਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਦੇਖਾਂਗੇ, ਜੇ ਇਹ ਹੁਨਰ ਅਸੀਂ ਸਿੱਖ ਲਈਏ
ਕਿ ਆਪਣੇ ਆਪ ਨੂੰ ਵੀ ਦੇਖਿਆ ਜਾ ਸਕਦਾ, ਆਪਣੇ ਆਪ ਦੇ ਵਿੱਚ ਵੀ ਜੋ ਕਮੀਆਂ ਉਹਨਾਂ ਦਾ ਮੁਲਾਂਕਣ, ਉਹਨਾਂ ਦਾ ਜਿਹੜੀ ਹੈਗੀ ਆ ਇਵੈਲੂਏਟ ਕੀਤਾ ਜਾ ਸਕਦਾ ਆ, ਤਾਂ ਫਿਰ ਸ਼ਾਇਦ ਚੀਜ਼ਾਂ ਬੜੀਆਂ ਸੌਖੀਆਂ ਹੋ ਜਾਣਗੀਆਂ। ਮੈਂ ਤੁਹਾਨੂੰ ਪਿਛਲੀ ਵਾਰੀ ਇੱਥੇ ਹੀ ਛੱਡ ਕੇ ਗਈ ਸੀਗੀ ਕਿ ਉਹ ਮੁਲਾਂਕਣ ਜਿਹੜਾ ਉਹ ਆਪਣੇ ਆਪ ਕਰਿਓ, ਇਵੈਲੂਏਸ਼ਨ ਆਪਣੀ ਕਰਿਓ ਕਿ ਤੁਸੀਂ ਕਿਹੜੇ ਝੂਠ ਆਪਣੇ ਆਪ ਨਾਲ ਬੋਲੇ ਆ। ਫਿਰ ਗੌਰ ਨਾਲ 5-10 ਮਿੰਟ ਦਾ ਟਾਈਮ ਲਗਾ ਕੇ ਦੇਖਿਓ ਕਿ ਉਹ ਝੂਠ ਜਿਹੜੇ ਉਹ ਤੁਹਾਡਾ ਸੱਚ ਦਾ ਵਜੂਦ ਕਿੰਨਾ ਕੁ ਬਣ ਚੁੱਕੇ ਆ, ਤੁਹਾਡਾ ਆਪਣਾ ਅਸਲੀ ਵਜੂਦ ਕਿੰਨਾ ਕੁ ਬਣ ਚੁੱਕੇ ਆ। ਕਿੰਨੀ ਵਾਰ ਤੁਸੀਂ ਲੋਕਾਂ ਨੂੰ ਉਹੀ ਝੂਠ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਖੈਰ, ਜਿਨ੍ਹਾਂ ਨੇ ਇਹ ਕੀਤਾ ਆ ਵਧੀਆ ਗੱਲ ਹੈ, ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਰੱਬ ਰਾਖਾ, ਕੋਈ ਗੱਲ ਨਹੀਂ, ਆਪਾਂ ਅੱਗੇ ਚੱਲਦੇ ਹਾਂ ਕਿ ਇਹ ਸਾਰਾ ਕੁਝ ਹੈ ਕੀ, ਹੈ ਨਾ। ਹੁਣ ਜੇ ਤਾਂ ਤੁਸੀਂ ਕਰ ਲਿਆ ਜਾਂ ਤੁਸੀਂ ਕੋਸ਼ਿਸ਼ ਕੀਤੀ ਸਮਝਣ ਦੀ, ਜੋ ਮੈਂ ਬੋਲ ਰਹੀ ਸੀ, ਜਾਂ ਮੈਂ ਤੁਹਾਡੇ ਤੱਕ ਪਹੁੰਚ ਪਾਈ, ਜੇ ਮੈਂ ਉਹਦੇ ਵਿੱਚ ਕਾਮਯਾਬ ਹੋਈ ਹਾਂ, ਤਾਂ ਫਿਰ ਆਪਾਂ ਇੱਥੋਂ ਅੱਗੇ ਚੱਲ ਸਕਦੇ ਹਾਂ, ਕਿਉਂਕਿ ਫਿਰ ਆਪਾਂ ਨੂੰ ਪਤਾ ਲੱਗ ਗਿਆ ਕਿ ਪ੍ਰੋਬਲਮ ਤਾਂ ਹੈਗੀ ਆ, ਮੁਸ਼ਕਿਲ ਤਾਂ ਹੈਗੀ ਆ। ਹੁਣ ਇੱਕ ਵਾਰੀ ਇਹ ਪਤਾ ਲੱਗ ਗਿਆ ਕਿ ਮੁਸ਼ਕਿਲ ਹੈਗੀ ਆ, ਅਤੇ ਹੁਣ ਅੱਗੇ ਮੁਸ਼ਕਿਲ ਦਾ ਹੱਲ ਵੀ ਲੱਭ ਜਾਊਗਾ। ਪਰ ਹੱਲ ਲੱਭਣ ਤੋਂ ਪਹਿਲਾਂ ਆਪਾਂ ਇਹ ਦੇਖੀਏ ਕਿ ਮੁਸ਼ਕਿਲ ਹੈ ਕਿਉਂ। ਇਹ ਕਿਉਂ ਹੈ ਕਿ ਮੈਂ ਕਦੋਂ ਬਹਾਨੇ ਘੜਨੀ ਸ਼ੁਰੂ ਹੋ ਗਈ। ਸਾਨੂੰ ਇਹ ਦੇਖਣਾ ਪਊਗਾ ਕਿ ਇੱਕ ਵਿਲੱਖਣ ਵਿਚਾਰਧਾਰਾ ਵਾਲੀ, ਇੱਕ ਬਿਲਕੁਲ ਨਿਵੇਕਲੀ ਹੋਂਦ ਵਾਲੀ ਜਿਹੜੀ ਕੌਮ ਆ, ਉਹ ਕਿੱਦਾਂ ਫਿਰ ਉਸੇ ਗਧੀ ਗੇੜ 'ਚ ਫਸਣੀ ਸ਼ੁਰੂ ਹੋ ਗਈ। ਪ੍ਰੋਬਲਮ ਤਾਂ ਇਹੀ ਹੈ ਨਾ ਕਿ ਅਸੀਂ ਦੁਬਾਰਾ ਉਸੇ ਗਧੀ ਗੇੜ 'ਚ ਫਸ ਗਏ ਹਾਂ, ਅਸੀਂ ਦੁਬਾਰਾ ਉਹਨਾਂ ਹੀ ਕਰਮਕਾਂਡਾਂ ਵਿੱਚ ਫਸਦੇ ਜਾ ਰਹੇ ਹਾਂ। ਹੁਣ ਉਹ ਕਿਉਂ ਹੈ, ਉਹ ਸਮਝਣ ਲਈ ਇਹ ਸਮਝਣਾ ਪਹਿਲਾਂ ਇੱਕ, ਜਿਹਨੂੰ ਆਪਾਂ ਪੰਛੀ ਝਾਤ ਕਹਿੰਦੇ ਹਾਂ, ਉਹ ਮਾਰਨੀ ਸਾਡੇ ਇਤਿਹਾਸ ਦੇ ਉੱਤੇ ਬਹੁਤ ਜ਼ਰੂਰੀ ਆ। ਹੁਣ ਕਿਉਂਕਿ ਇਹ ਜਾਣਨਾ ਪਊਗਾ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਸੀ, ਕਿਉਂਕਿ ਸਾਨੂੰ ਆਪਣੀ ਪੋਜੀਸ਼ਨ ਦੀ ਇਵੈਲੂਏਸ਼ਨ ਵੀ ਤਾਂ ਕਰਨੀ ਪਊਗੀ ਨਾ। ਇਹ ਤਾਂ ਆਪਾਂ ਦੇਖ ਲਿਆ ਕਿ ਪ੍ਰੋਬਲਮ ਹੈਗੀ ਆ, ਹੁਣ ਇਹ ਵੀ ਜ਼ਰਾ ਮੁਲਾਂਕਣ ਕਰ ਲਈਏ ਕਿ ਅਸੀਂ ਉਸ ਪ੍ਰੋਬਲਮ ਦੇ ਵਿੱਚ ਚੱਲਦੇ ਹੋਏ ਕਿੱਥੋਂ ਤੱਕ ਪਹੁੰਚ ਗਏ ਹਾਂ, ਅਸੀਂ ਕਿੱਥੋਂ ਚੱਲੇ ਸੀ, ਅੱਜ ਅਸੀਂ ਕਿੱਥੇ ਹਾਂ। ਕਿਉਂਕਿ ਜੇ ਇਹ ਦੋਨਾਂ ਚੀਜ਼ਾਂ ਦਾ ਇਵੈਲੂਏਸ਼ਨ ਚੰਗੀ ਤਰ੍ਹਾਂ ਹੋ ਗਿਆ ਤਾਂ ਫਿਰ ਆਪਾਂ ਕੱਲ੍ਹ ਨੂੰ ਬਦਲ ਵੀ ਸਕਦੇ ਹਾਂ, ਸੁਧਾਰ ਵੀ ਸਕਦੇ ਹਾਂ, ਅਤੇ ਜੇ ਅੱਖਾਂ ਬੰਦ ਕਰਕੇ ਚੱਲੀ ਗਏ ਤਾਂ ਫਿਰ ਹੋਰ ਨਿਗਾਰ ਵੱਲ ਜਾਂਦੇ ਜਾਵਾਂਗੇ। ਮੈਂ ਪਹਿਲੇ 2 ਐਪੀਸੋਡਸ ਦੇ ਵਿੱਚ ਇਹ ਗੱਲ ਕਰ ਚੁੱਕੀ ਹਾਂ ਵੈਸੇ, ਕਿ ਅਸੀਂ ਕਿੱਥੋਂ ਚੱਲੇ ਸੀ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਮਾਹੌਲ ਕਿੱਦਾਂ ਦਾ ਸੀਗਾ। ਪਰ ਸਿਰਫ ਇੱਕ ਲਾਈਨ ਦੇ ਵਿੱਚ ਮੈਂ ਇਹ ਗੱਲ ਕਹੂੰਗੀ ਕਿ ਉਸ ਵੇਲੇ ਧਾੜਵੀ ਆਉਂਦੇ ਸੀ, ਜਰਵਾਣੇ ਆਉਂਦੇ ਸੀ, ਆ ਕੇ ਲੁੱਟ ਪੁੱਟ ਕੇ ਲੈ ਜਾਂਦੇ ਸੀ, ਔਰ ਇੱਥੋਂ ਦੇ ਲੋਕ, ਉਸ ਖਿੱਤੇ ਦੇ, ਪੰਜਾਬ ਦਾ ਜਿਹੜਾ ਉਹ ਸਿੰਧ ਦਾ ਖਿੱਤਾ ਸੀਗਾ ਸਾਰਾ, ਉੱਥੋਂ ਦੇ ਲੋਕ ਆਪਣੇ ਆਪ ਨੂੰ ਦੱਬਿਆ ਕੁਚਲਿਆ ਮਹਿਸੂਸ ਕਰਦੇ ਸੀ, ਬਿਨਾਂ ਪਾਵਰਲੈਸ ਮਹਿਸੂਸ ਕਰਦੇ ਸੀ, ਉਹ ਉਹਨਾਂ ਦਾ ਮੁਕਾਬਲਾ ਨਹੀਂ ਸੀ ਕਰ ਪਾਉਂਦੇ। ਹੁਣ ਇਹ ਤੋਂ ਜ਼ਰਾ ਥੋੜ੍ਹਾ ਜਿਹਾ ਧਿਆਨ ਇਹ ਦਿਓ ਕਿ ਪਹਿਲੇ ਪਾਤਸ਼ਾਹ ਦੇ ਆਉਣ ਦੇ ਟਾਈਮ ਜਿਹੜੇ ਲੋਕ ਜਰਵਾਣਿਆਂ ਦਾ ਮੁਕਾਬਲਾ ਨਹੀਂ ਸੀ ਕਰ ਪਾਉਂਦੇ, 10ਵੇਂ ਪਾਤਸ਼ਾਹ ਜਦੋਂ ਉਹਨਾਂ ਹੀ ਲੋਕਾਂ ਨੂੰ ਪੰਥ ਖਾਲਸਾ ਬਣਾ ਦਿੰਦੇ ਆ, ਔਰ ਉਸ ਤੋਂ ਬਾਅਦ ਫਿਰ ਉਹੀ ਲੋਕ ਉੱਥੇ ਰਾਜ ਭਾਗ ਕਾਇਮ ਕਰਦੇ ਆ, ਅਤੇ ਉਹਨਾਂ ਲੋਕਾਂ ਵਾਸਤੇ ਹੀ ਰੋਬਰਟ ਕਲਾਈਵ ਇਹ ਬੋਲਦਾ ਆ ਕਿ ਜਦੋਂ ਤੱਕ ਸਿੱਖ ਉੱਥੇ ਬੈਠੇ ਆ ਨਾ, ਅਬਦਾਲੀ ਸਾਡੇ ਤੱਕ ਪਹੁੰਚ ਨਹੀਂ ਸਕਦਾ। ਹੁਣ ਤੁਸੀਂ ਇਹ ਸੋਚੋ, ਇਹ ਕਿੱਡਾ ਵੱਡਾ ਟਰਾਂਸਫੋਰਮੇਸ਼ਨ ਆ। ਔਰ ਜਿਹੜੀ ਰੋਬਰਟ ਕਲਾਈਵ ਦੀ ਗੱਲ ਕੀਤੀ ਹੈ ਮੈਂ, ਉਹ ਬਾਕਾਇਦਾ ਅਕਾਲ ਚੈਨਲ ਦੇ ਉੱਤੇ ਹੀ ਡਾਕਟਰ ਗੁਰਿੰਦਰ ਸਿੰਘ ਹੁਣੀ ਆਏ ਸੀਗੇ, ਔਰ ਇੱਥੇ ਉਹਨਾਂ ਨੇ ਆਪਣੀ ਜਿਹੜੀ ਬੁੱਕ ਹੈ ਦ ਬ੍ਰਿਟਿਸ਼ ਐਂਡ ਦ ਸਿੱਖਸ, ਉਹਦੇ ਬਾਰੇ ਗੱਲ ਕਰਦੇ ਆ, ਉਹਨਾਂ ਨੇ ਪ੍ਰੋਪਰ ਇੱਕ ਕੋਟ ਦਿੱਤਾ ਆ। ਅਤੇ ਹੁਣ ਤੁਸੀਂ ਇਹ ਟਰਾਂਸਫੋਰਮੇਸ਼ਨ ਦਾ ਜ਼ਰਾ ਤੁਸੀਂ ਇਹਦੀ ਇੰਟੈਂਸਿਟੀ ਦੇਖੋ ਕਿ ਜਿਹੜੇ ਲੋਕ ਆਪਣੇ ਵਾਸਤੇ ਲੜ ਨਹੀਂ ਸਕਦੇ, ਉਹ ਇੱਕ ਐਸਾ ਟਾਈਮ ਆ ਜਾਂਦਾ ਹੈ ਜਦੋਂ 1.25 ਲੱਖ ਨਾਲ ਇਕੱਲਾ ਲੜਨ ਨੂੰ ਤਿਆਰ ਹੋ ਜਾਂਦਾ ਹੈ। ਇਹ ਟਰਾਂਸਫੋਰਮੇਸ਼ਨ ਆ। ਹੁਣ ਇਹਨੂੰ ਜ਼ਰਾ ਸਮਝੀਏ ਕਿ ਟਰਾਂਸਫੋਰਮੇਸ਼ਨ ਹੋਈ ਕਿੱਦਾਂ। ਗੁਰੂ ਨਾਨਕ ਪਾਤਸ਼ਾਹ ਦੇ ਜਦੋਂ ਸਮੇਂ ਦੇ ਉੱਤੇ ਜਿਹੜੇ ਹੁਣ ਲੋਕ ਆਏ ਹੈਗੇ ਆ, ਉਹ ਜੋ ਵੀ ਕਰ ਰਹੇ ਆ, ਜੋ ਵੀ ਉਹ ਦੇਖ ਰਹੇ ਆ, ਬਾਬਰ ਬਾਣੀ ਇੱਕ ਬੜੀ ਵੱਡੀ ਪ੍ਰੋਪਰ ਇੱਕ ਬਾਣੀ ਆ, ਜਿਹਨੂੰ ਤੁਸੀਂ ਅਗਰ ਪੜ੍ਹ ਸਕਦੇ ਆ, ਅਤੇ ਕਿਉਂਕਿ ਉਹ ਬਹੁਤ ਲੰਬੀ ਆ, ਹੈ ਨਾ, ਔਰ ਉਹਦੇ ਵਿੱਚ ਅਗਰ ਮੈਂ ਸਾਰਾ ਕੁਛ ਕਰਨ ਲੱਗੂੰਗੀ ਤਾਂ ਕਿਸ਼ਤਾਂ ਦੀਆਂ ਕਿਸ਼ਤਾਂ ਨਿਕਲ ਜਾਣਗੀਆਂ ਉਹਦੇ ਭਾਵ ਨੂੰ ਸਮਝਣ ਲੱਗਿਆ। ਪਰ ਉਹ ਤੁਸੀਂ ਖੁਦ ਦੇਖ ਸਕਦੇ ਕਿ ਉਸ ਟਾਈਮ 'ਤੇ ਗੁਰੂ ਨਾਨਕ ਪਾਤਸ਼ਾਹ ਕਿੱਦਾਂ ਦੱਸਦੇ ਆ ਕਿ ਬਾਬਰ ਬਾਣੀ ਦੇ ਵਿੱਚ ਬਾਬਰ ਜਦੋਂ ਆਉਂਦਾ ਆ ਉਹ ਕੀ ਕਰਦਾ ਆ, ਇੱਥੋਂ ਦੇ ਲੋਕਾਂ ਨਾਲ ਕੀ ਹੁੰਦਾ ਆ, ਉਹ ਸਾਰਾ ਕੁਛ ਉਹਦੇ ਵਿੱਚ ਹੈ। ਪਰ ਉਹ ਜਿਹੜੇ ਲੋਕ ਹੈ ਉਹ ਆਪ ਨਹੀਂ ਲੜਦੇ। ਕਿਉਂ ਨਹੀਂ ਲੜਦੇ? ਕਿਉਂਕਿ ਉਹ ਇਹ ਸੋਚ ਕੇ ਬੈਠੇ ਆ ਕਿ ਸਾਡੇ ਕੋਲ ਕੁਛ ਪੀਰ ਫਕੀਰ ਨੇ, ਸਾਡੇ ਕੋਲ ਪੰਡੇ ਪੁਜਾਰੀ ਨੇ, ਜਿਹੜੇ ਆਪਣੀਆਂ ਸ਼ਕਤੀਆਂ ਨਾਲ ਬੜਾ ਕੁਛ ਕਰ ਲੈਣਗੇ। ਔਰ ਗੁਰੂ ਸਾਹਿਬ ਬਕਾਇਦਾ ਡਾਕੂਮੈਂਟ ਕਰਦੇ ਆ, ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ, ਥਾਨ ਮੁਕਾਮ ਜਲੇ ਬਿਜ ਮੰਦਰ ਮੱਚ ਮੱਚ ਕੋਇਰ ਰਲਾਇਆ, ਕੋਈ ਮੁਗਲ ਨਾ ਹੋਵਾ ਆਂਦਾ ਕਿੰਨੇ ਨਾ ਪਰਚਾ ਲਾਇਆ। ਹੁਣ ਇਹਦੇ ਵਿੱਚ ਉਹ ਬੜਾ ਕਲੀਅਰ ਕੱਟ ਦੱਸ ਦਿੰਦੇ ਆ ਕਿ ਬੇਸ਼ੱਕ ਉਹਨਾਂ ਦਾ
ਇਹ ਮੰਨਣਾ ਸੀਗਾ ਕਿ ਸਾਡੇ ਪੰਡਿਤ ਜੀ ਜਾਂ ਸਾਡੇ ਜਿਹੜੇ ਪੀਰ ਫਕੀਰ ਨੇ ਉਹ ਬੜਾ ਕੁਝ ਕਰ ਲੈਣਗੇ, ਹਨੇਰੀਆਂ ਝੁੱਲ ਜਾਣਗੀਆਂ, ਲੋਕ ਅੰਨੇ ਹੋ ਜਾਣਗੇ, ਪਰ ਐਸਾ ਕੁਝ ਨਹੀਂ ਹੋਇਆ। ਉਹਨਾਂ ਨੇ ਪਹਿਲਾਂ ਇਹ ਦੱਸ ਦਿੱਤਾ ਕਿ ਜਿਨ੍ਹਾਂ ਲੋਕਾਂ ਦੀ ਤੁਸੀਂ ਉਮੀਦ ਰੱਖ ਕੇ ਬੈਠੇ ਹੋ ਕਿ ਕੋਈ ਗੈਬੀ ਸ਼ਕਤੀਆਂ ਦੇ ਨਾਲ ਕੁਝ ਕਰਨਗੇ, ਕਿਸੇ ਗੈਬੀ ਸ਼ਕਤੀ ਨਾਲ ਕੁਝ ਨਹੀਂ ਹੋਣਾ। ਫਿਰ ਉਹ ਤੁਹਾਨੂੰ ਵੰਗਾਰ ਦੇ ਦਿੰਦੇ ਆ, ਔਰ ਉਸ ਤੋਂ ਬਾਅਦ ਉਹ ਇੱਕ ਵਿਕਲਪ ਵੀ ਦੇ ਦਿੰਦੇ ਆ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਕਿ ਤੁਹਾਨੂੰ ਆਪਣੇ ਹੱਥੀਂ ਆਪਣਾ ਕੰਮ ਆਪ ਕਰਨਾ ਪੈਣਾ ਆ। ਹੁਣ ਇਸ ਤੋਂ ਅੱਗੇ ਚੱਲ ਪਓ। ਇਹ ਤਾਂ ਹੋ ਗਿਆ ਗੁਰੂ ਪਾਤਸ਼ਾਹ ਨੇ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਮੰਚ ਤਿਆਰ ਕਰ ਦਿੱਤਾ। ਔਰ ਜਦੋਂ ਆਪਾਂ ਗੁਰੂ ਅੰਗਦ ਦੇਵ ਪਾਤਸ਼ਾਹ ਤੱਕ ਆਉਂਦੇ ਹਾਂ ਤਾਂ ਉਹਨਾਂ ਨੇ 3 ਚੀਜ਼ਾਂ ਨਾਲ ਤੁਹਾਨੂੰ ਜੋੜਿਆ, ਲੈਂਗੁਏਜ, ਲਿਟਰੇਚਰ ਅਤੇ ਫਿਜ਼ੀਕਲ ਫਿਟਨੈਸ। ਹੁਣ ਇਹਦਾ ਜ਼ਰਾ ਇਹਨੂੰ ਸਮਝੋ। ਲੈਂਗੁਏਜ ਔਰ ਲਿਟਰੇਚਰ ਦੀ ਲੋੜ ਕੀ ਆ? ਸਭ ਤੋਂ ਪਹਿਲਾ ਅਧੀਨਤਾ, ਸਭ ਤੋਂ ਪਹਿਲੀ ਓਪਰੇਸ਼ਨ ਦੇ ਅੰਡਰ ਕੋਈ ਵੀ ਤੁਸੀਂ ਅਧੀਨ ਹੁੰਦੇ ਆ ਕਿਸੇ ਦੇ, ਤੇ ਭਾਸ਼ਾ ਦੇ ਵੱਲੋਂ ਹੁੰਦੇ ਆ, ਕਿਉਂਕਿ ਭਾਸ਼ਾ ਇੱਕ ਐਸੀ ਚੀਜ਼ ਆ ਜਿਹਦੇ ਬਿਨਾਂ ਤੁਸੀਂ ਚੱਲ ਹੀ ਨਹੀਂ ਸਕਦੇ। ਹਜੇ ਰੋਟੀ ਖਾਣ ਤੋਂ ਬਿਨਾਂ ਭਾਵੇਂ ਚੱਲ ਵੀ ਲਓ, ਪਰ ਭਾਸ਼ਾ ਤੋਂ ਬਿਨਾਂ ਕਿਵੇਂ ਚੱਲੋਗੇ? ਤੁਸੀਂ ਰੋਟੀ ਵੀ ਮੰਗਣੀ ਹੈ ਤਾਂ ਕਿਵੇਂ ਮੰਗੋਗੇ? ਸੋ ਇਸ ਕਰਕੇ ਜਿਹੜਾ ਪਹਿਲੀ ਅਧੀਨਤਾ ਹੈ ਨਾ, ਉਹ ਭਾਸ਼ਾ ਦੀ ਹੈ। ਉਹਨਾਂ ਨੇ ਤੁਹਾਡੀ ਆਪਣੀ ਗੁਰਮੁਖੀ ਲਿਪੀ ਦੇ ਕੇ ਤੁਹਾਨੂੰ ਸੰਸਕ੍ਰਿਤ, ਪ੍ਰਾਕ੍ਰਿਤ ਜਾਂ ਹੋਰਨਾਂ ਜਿਹੜੀਆਂ ਭਾਸ਼ਾਵਾਂ, ਜਿਹੜੀਆਂ ਫੋਰਨ ਲੈਂਗੁਏਜਿਸ ਸੀਗੀਆਂ, ਉਹਨਾਂ ਤੋਂ ਮੁਕਤ ਕਰ ਦਿੱਤਾ। ਤੁਸੀਂ ਸਿੱਖ ਸਕਦੇ ਹੋ, ਪਰ ਤੁਹਾਡੀ ਆਪਣੀ ਇੱਕ ਭਾਸ਼ਾ ਦੇ ਕੇ ਤੁਹਾਨੂੰ ਉਸ ਭਾਸ਼ਾ ਦੇ ਸਰਤਾਜ ਬਣਾ ਦਿੱਤਾ ਕਿ ਆਹ ਤੁਹਾਡੀ ਭਾਸ਼ਾ ਹੈ ਜੀ, ਇਹ ਇੱਥੇ ਤੁਹਾਡਾ ਰੂਲ ਆ। ਹੁਣ ਉਹ ਆ ਗਈ ਲੈਂਗੁਏਜ। ਉਸ ਤੋਂ ਬਾਅਦ ਲਿਟਰੇਚਰ ਜਿਹੜਾ ਹੈ ਉਹ ਤੁਹਾਡੀ ਇੱਕ ਐਜੂਕੇਸ਼ਨ ਦਾ ਕੰਮ ਕਰਦਾ, ਕਿਉਂਕਿ ਜਦੋਂ ਤੁਸੀਂ ਲਿਟਰੇਚਰ ਪੜ੍ਹੋਗੇ, ਲਿਟਰੇਚਰ ਇਨ ਐਨੀ ਫਾਰਮ, ਗੁਰਬਾਣੀ ਨੂੰ ਵੀ ਅਗਰ ਤੁਸੀਂ ਲਿਟਰੇਚਰ ਦੀ ਫਾਰਮ 'ਚ ਪੜ੍ਹਦੇ ਆ ਜਾਂ ਤੁਸੀਂ ਇਤਿਹਾਸ ਨੂੰ ਵੀ ਲਿਟਰੇਚਰ ਦੀ ਫਾਰਮ 'ਚ ਪੜ੍ਹਦੇ ਆ, ਤਾਂ ਤੁਹਾਨੂੰ ਕੁਛ ਨਾ ਕੁਛ ਦੱਸਦਾ ਰਹਿੰਦਾ ਆ, ਤੁਹਾਡੀ ਐਜੂਕੇਸ਼ਨ ਵੱਲ ਪੈਰ ਪੁੱਟਦਾ ਆ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਤੁਹਾਨੂੰ ਲੈਂਗੁਏਜ ਔਰ ਲਿਟਰੇਚਰ ਦੇ ਕੇ, ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸੰਗਤ ਦੇ ਵਿੱਚ ਵਿਚਾਰ ਚਰਚਾ ਦਾ ਇੱਕ ਮਾਧਿਅਮ ਸ਼ੁਰੂ ਕੀਤਾ ਸੀ ਕਿ ਤੁਹਾਡੇ ਹਾਲਾਤ ਕੀ ਨੇ ਔਰ ਤੁਸੀਂ ਕਰ ਕੀ ਰਹੇ ਆ, ਤੁਹਾਨੂੰ ਕਰਨਾ ਕੀ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਨੇ ਇਹ ਜੋ ਇੱਕ ਦੇ ਦਿੱਤਾ ਸੀਗਾ ਉੱਥੇ ਸੰਗਤ ਦੇ ਵਿੱਚ ਵਿਚਾਰ ਕਰਨ ਵਾਸਤੇ, ਜਿਹਨੂੰ ਆਪਾਂ ਕਹਿੰਦੇ ਆ ਫੂਡ ਫॉर ਥਾਟ, ਜੋ ਦੇ ਦਿੱਤਾ ਸੀਗਾ, ਉਸ ਨੂੰ ਅੱਗੇ ਵਧਾਉਣ ਵਾਸਤੇ ਗੁਰੂ ਅੰਗਦ ਪਾਤਸ਼ਾਹ ਨੇ ਤੁਹਾਨੂੰ ਭਾਸ਼ਾ ਵੀ ਦੇ ਦਿੱਤੀ, ਤੁਹਾਨੂੰ ਸਾਹਿਤ ਵੀ ਦੇ ਦਿੱਤਾ। ਔਰ ਨਾਲ ਹੁਣ ਤੁਹਾਡੇ ਕੋਲ ਭਾਸ਼ਾ ਵੀ ਹੈ, ਤੁਹਾਡੇ ਕੋਲ ਸਾਹਿਤ ਵੀ ਹੈ। ਤੁਹਾਨੂੰ ਪਤਾ ਹੈ ਕਿ ਅਸੀਂ ਦੱਬੇ ਕੁਚਲੇ ਲੋਕ ਹਾਂ, ਪਰ ਕਰੋਗੇ ਕੀ? ਕਿਉਂਕਿ ਲੜਨ ਵਾਸਤੇ ਤਾਂ ਤੁਹਾਨੂੰ ਫਿਜ਼ੀਕਲ ਫਿਟਨੈਸ ਵੀ ਚਾਹੀਦੀ ਹੈ ਨਾ। ਔਰ ਸਿਰਫ ਫਿਜ਼ੀਕਲ ਫਿਟਨੈਸ ਲੜਨ ਲਈ ਨਹੀਂ ਚਾਹੀਦੀ, ਤੁਹਾਨੂੰ ਕੌਨਫੀਡੈਂਸ ਲਈ ਵੀ ਚਾਹੀਦੀ ਆ। ਛੋਟੇ ਛੋਟੇ ਬੱਚੇ ਜਦੋਂ ਇੱਕ ਦੂਸਰੇ ਨਾਲ, ਸਾਡੇ ਪਿੰਡਾਂ ਵਿੱਚ ਆਮ ਹੀ ਹੋ ਜਾਂਦਾ ਵੀ ਚਲੋ ਜੀ ਘੋਲ ਕਰੋ। ਉਹਦਾ ਮਤਲਬ ਕੀ ਆ ਕਿ ਜਿਹੜਾ ਇੱਕ ਨੂੰ ਸੁੱਟ ਲੈਂਦਾ ਨਾ, ਉਹ ਫਿਰ ਦੂਜਾ ਉਹ ਬੜੀ ਉਹਦੀ ਹੱਲੇਸ਼ੇਰੀ ਹੋ ਜਾਂਦੀ ਆ ਕਿ ਇਹਦਾ ਕੌਨਫੀਡੈਂਸ, ਉਹ ਆਪਣੇ ਆਪ ਹੀ ਕੌਨਫੀਡੈਂਸ ਬੂਸਟ ਹੁੰਦਾ ਆ। ਜਿਹੜੇ ਲੋਕ ਇਹ ਸੋਚਦੇ ਸੀ ਕਿ ਅਸੀਂ ਸਿਰਫ ਪੰਡਿਤਾਂ ਜਾਂ ਪੀਰਾਂ ਫਕੀਰਾਂ ਦੇ ਉੱਤੇ ਵਿਸ਼ਵਾਸ ਕਰਨਾ, ਉਹ ਹੁਣ ਇੱਕ ਦੂਸਰੇ ਨਾਲ ਜਦੋਂ ਮੱਲ ਅਖਾੜੇ ਦੇ ਵਿੱਚ ਆਪ ਘੋਲ ਕਰਦੇ ਨੇ, ਆਪ ਕੁਸ਼ਤੀ ਕਰਦੇ ਨੇ, ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਉਹ ਆਪਣੇ ਅੰਦਰ ਦੀ ਫਿਜ਼ੀਕਲ ਸਟਰੈਂਥ ਨੂੰ ਪਹਿਚਾਣਦੇ ਨੇ। ਅਜੇ ਤੱਕ ਤਾਂ ਉਹਨਾਂ ਨੇ ਆਪਣੀ ਫਿਜ਼ੀਕਲ ਸਟਰੈਂਥ ਪਹਿਚਾਣੀ ਨਹੀਂ ਸੀ। ਇਸ ਗੱਲ ਨੂੰ ਜਰਾ ਬੜੇ ਗੌਰ ਨਾਲ ਸਮਝਿਓ ਜੇ ਕਿ ਸਿਰਫ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਮੱਲ ਅਖਾੜੇ ਐਂਟਰਟੇਨਮੈਂਟ ਦੇ ਵਾਸਤੇ ਸ਼ੁਰੂ ਨਹੀਂ ਕੀਤੇ, ਬਕਾਇਦਾ ਉਹਨਾਂ ਦੇ ਅੰਦਰ ਦਾ ਜੋ ਇੱਕ ਜੋਸ਼ ਹੈ, ਜੋ ਉਹਨਾਂ ਦੇ ਅੰਦਰ ਦੀ ਤਾਕਤ ਹੈ, ਉਹਨੂੰ ਬਾਹਰ ਲੈ ਕੇ ਆਉਣ ਲਈ ਮੱਲ ਅਖਾੜੇ ਸ਼ੁਰੂ ਹੋਏ। ਹੁਣ ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ, ਉਹਦੇ ਵਿੱਚ ਇੱਕ ਬਹੁਤ ਵੱਡਾ ਵਿਕਲਪ ਆਉਂਦਾ ਜਿਹੜਾ ਸ਼ਹਿਰ ਵਸਾਏ ਗਏ। ਖੈਰ ਉਹ ਆਪਾਂ ਕਿਸੇ ਹੋਰ ਐਪੀਸੋਡ ਦੇ ਵਿੱਚ ਗੱਲ ਕਰਾਂਗੇ, ਕਿਉਂਕਿ ਉਹਦੇ ਵਾਸਤੇ ਇੱਕ ਪ੍ਰੋਪਰ ਪੂਰਾ ਐਪੀਸੋਡ ਚਾਹੀਦਾ ਹੈ ਜਿਹਦੇ ਵਿੱਚ ਤੁਹਾਨੂੰ ਦੱਸਿਆ ਜਾਏ ਕਿ ਉਹ ਸ਼ਹਿਰ ਕਿਸ ਤਰੀਕੇ ਨਾਲ ਔਰ ਕਿਉਂ ਵਸਾਏ ਗਏ। ਉਹਦੇ ਪਿੱਛੇ ਪੋਲੀਟੀਕਲ, ਸਾਈਕੋਲੋਜੀਕਲ, ਰਿਲੀਜੀਅਸ ਰੀਜ਼ਨਸ ਕੀ ਸੀਗੇ, ਉਹ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਹੁਣ ਆਪਾਂ ਆ ਜਾਈਏ ਗੁਰੂ ਅਰਜਨ ਦੇਵ ਪਾਤਸ਼ਾਹ, ਅਤੇ ਇਸ ਗੱਲ ਨੂੰ ਬੜੇ ਮੇਰੇ ਨਾਲ ਸਮਝਿਓ ਔਰ ਆਪਣੇ ਆਪ ਨੂੰ ਉਸ ਜਗ੍ਹਾ 'ਤੇ ਲੈ ਕੇ ਜਾਇਓ ਜਿੱਥੇ ਮੈਂ ਤੁਹਾਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਆਉਂਦੇ ਹੁਣ ਉਹ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਬਿਲਕੁਲ ਪਾਵਰਲੈਸ ਮਹਿਸੂਸ ਕਰਦੇ ਸੀ, ਹੁਣ ਉਹਨਾਂ ਦੇ ਕੋਲ ਇਹ ਤਾਕਤ ਹੈ, ਉਹਨਾਂ ਦੇ ਕੋਲ ਕੌਨਫੀਡੈਂਸ ਵੀ ਹੈ, ਉਹਨਾਂ ਨੂੰ ਇਹ ਵਿਵੇਕ ਵੀ ਆ ਗਿਆ, ਬੁੱਧ ਵੀ ਆ ਗਈ ਕਿ ਬਈ ਸਾਡੇ ਨਾਲ ਬਹੁਤ ਕੁਛ ਗਲਤ ਹੋ ਰਿਹਾ ਔਰ ਸਾਨੂੰ ਇਹਨੂੰ ਬਦਲਣ ਵਾਸਤੇ ਖੁਦ ਹੀ ਕੁਛ ਕਰਨਾ ਪੈਣਾ। ਇਹ ਗੱਲ ਆ ਗਈ ਔਰ ਉਹਨਾਂ ਵਿੱਚ ਕੌਨਫੀਡੈਂਸ ਵੀ ਆ ਗਿਆ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਨੂੰ ਸਭ ਤੋਂ ਵੱਡੇ ਭੈ ਤੋਂ ਮੁਕਤ ਕਰਦੇ ਔਰ ਸਭ ਤੋਂ ਵੱਡਾ ਭੈ ਦੁਨੀਆ ਵਿੱਚ ਇੱਕ ਆ, ਉਹ ਹੈ ਮੌਤ ਦਾ ਭੈ। ਜਦੋਂ ਤੁਹਾਨੂੰ ਇਹ ਲੱਗਦਾ ਨਾ ਕਿ ਮੇਰੀ ਮੌਤ ਸਾਹਮਣੇ ਆ, ਫਿਰ ਤੁਸੀਂ ਸਭ ਕੁਛ ਮੰਨਣ ਨੂੰ ਤਿਆਰ ਹੋ ਜਾਂਦੇ ਆ, ਫਿਰ ਤੁਸੀਂ ਆਪਣੇ ਸਿਧਾਂਤ ਵੀ ਛੱਡਣ ਨੂੰ ਤਿਆਰ ਹੋ ਜਾਂਦੇ ਆ। ਇੱਕ ਆਮ ਆਦਮੀ, ਉਹਨੂੰ ਲੱਗਦਾ ਕਿ ਅਕਸਰ ਫਿਲਮਾਂ ਵਿੱਚ ਵੀ ਹੁੰਦਾ ਕਿ ਉਹਦੇ ਪੁੜਪੜੀ ਤੇ ਗੋਲੀ ਰੱਖੀ ਔਰ ਬੋਲਿਆ ਕਿ ਚੱਲ ਆਹ ਕੰਮ ਕਰ, ਤੇ ਉਹ ਕਹਿੰਦਾ ਹਾਂ, ਕਿਉਂਕਿ ਮੌਤ ਜਿਹੜਾ ਉਸ ਦੁਨੀਆ ਦਾ ਸਭ ਤੋਂ ਵੱਡਾ ਖੌਫ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਆਪ ਤੱਤੀ ਤਵੀ 'ਤੇ ਬੈਠਦੇ ਆ, ਆਪ ਸ਼ਹੀਦ ਹੁੰਦੇ ਆ। ਪ੍ਰੈਕਟੀਕਲੀ ਇਹਨਾਂ ਸਿੱਖਾਂ ਨੂੰ ਉਹ ਸਮਝਾ ਦਿੰਦੇ ਆ ਕਿ ਮੌਤ ਕੋਈ ਖੌਫ ਨਹੀਂ।
ਉਹ ਆਪ ਕਰਕੇ ਸਵੈਮ ਉਸ ਚੀਜ਼ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ ਤੁਹਾਨੂੰ ਮੌਤ ਦੇ ਭੈ ਤੋਂ ਮੁਕਤ ਕਰ ਦਿੰਦੇ ਆ। ਹੁਣ ਦੁਨੀਆ ਦਾ ਸਭ ਤੋਂ ਪਾਵਰਫੁਲ ਬੰਦਾ ਉਹ ਹੋਊਗਾ ਜਿਹਨੂੰ ਮੌਤ ਦਾ ਭੈ ਨਹੀਂ, ਕਿਉਂਕਿ ਜਿਸ ਬੰਦੇ ਨੂੰ ਮੌਤ ਦਾ ਭੈ ਨਹੀਂ ਉਹ ਕੁਛ ਵੀ ਕਰ ਜੂਗਾ, ਉਹਦੇ ਕੋਲ ਕੁਛ ਖੋਣ ਨੂੰ ਹੈ ਨਹੀਂ। ਇੱਕ ਹੁੰਦੀ ਆ ਆਰਟ ਆਫ ਲਿਵਿੰਗ। ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਸਾਡੇ ਗੁਰੂਆਂ ਨੇ ਸਾਨੂੰ ਆਰਟ ਆਫ ਡਾਇੰਗ ਸਿਖਾਈ ਹੈ, ਔਰ ਆਰਟ ਆਫ ਡਾਇੰਗ ਜਿਸ ਬੰਦੇ ਨੂੰ ਆ ਗਈ ਨਾ, ਉਹਦਾ ਜੀਵਨ ਬਹੁਤ ਉੱਚਾ ਸੁੱਚਾ ਹੋਊਗਾ, ਕਿਉਂਕਿ ਨਾ ਉਹਨੂੰ ਈਗੋ, ਨਾ ਉਹਨੂੰ ਹੰਕਾਰ, ਨਾ ਉਹਨੂੰ ਕੋਈ ਮੋਹ, ਨਾ ਲੋਭ, ਨਾ ਕਾਮ, ਨਾ ਕ੍ਰੋਧ, ਉਹਦੇ ਵਿੱਚ ਕੁਛ ਨਹੀਂ ਰਹੂਗਾ, ਕਿਉਂਕਿ ਉਹਨੂੰ ਪਤਾ ਆ ਕਿ ਮੇਰਾ ਵੱਧ ਤੋਂ ਵੱਧ ਕੀ ਹੋਊਗਾ, ਮੈਂ ਗਰਕ ਜਾਊਂਗਾ ਜਾਂ ਮੈਂ ਖ਼ਤਮ ਹੋ ਜਾਊਂਗਾ ਜਾਂ ਮੈਂ ਮਰ ਜਾਊਂਗਾ, ਇਸ ਤੋਂ ਵੱਧ ਕੁਛ ਨਹੀਂ ਹੋ ਸਕਦਾ। ਹੁਣ ਸਾਡੇ ਗੁਰੂ ਮਹਾਰਾਜ ਨੇ ਉਸ ਮਰਨ ਨੂੰ ਵੀ ਜਿਹੜਾ ਆ ਉਹ ਇੰਨਾ ਉੱਚਾ ਚੁੱਕ ਕੇ ਰੱਖ ਦਿੱਤਾ ਕਿ ਉਹ ਸ਼ਹੀਦ ਬਣ ਗਿਆ। ਜੋ ਮੌਤ ਹਰ ਬੰਦੇ ਦੀ ਆਉਂਦੀ ਆ ਉੱਥੇ ਸ਼ਹੀਦੀ ਹੋ ਗਈ। ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ ਹੈ ਨਾ, ਉਸ ਤੋਂ ਬਾਅਦ ਤੁਹਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਦੀ ਦਿੱਤੀ ਸੰਗਤ ਵੀ ਆ ਗਈ, ਪੰਗਤ ਵੀ ਆ ਗਈ, ਤੁਹਾਡੇ ਕੋਲ ਲੈਂਗੁਏਜ ਵੀ ਹੋ ਗਈ, ਲਿਟਰੇਚਰ ਵੀ ਹੋ ਗਈ, ਸਮਝ ਵੀ ਹੋ ਗਈ, ਸੂਝ-ਬੂਝ ਵੀ ਹੋ ਗਈ, ਪਤਾ ਲੱਗ ਗਿਆ ਕਿ ਅਸੀਂ ਕਿੱਥੇ ਖੜ੍ਹੇ ਹਾਂ, ਸਾਡੇ ਨਾਲ ਕੀ ਹੋ ਰਿਹਾ, ਔਰ ਜਿਹੜਾ ਸਭ ਤੋਂ ਵੱਡਾ ਭੈ ਉਹ ਖ਼ਤਮ ਹੋ ਗਿਆ। ਇਹੋ ਜਿਹਾ ਸਿੱਖ ਕੰਸਟਰਕਟ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਨੂੰ ਮੀਰੀ ਪੀਰੀ ਦਿੰਦੇ ਨੇ। ਉਹ ਦੱਸ ਦਿੰਦੇ ਨੇ ਕਿ ਆਪ ਤੁਸੀਂ ਸ਼ਸਤਰਧਾਰੀ ਵੀ ਹੋਵੋ। ਉਸ ਟਾਈਮ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਸ਼ਸਤਰ ਵੀ ਤੁਹਾਨੂੰ ਚੁੱਕਣੇ ਦੱਸ ਦਿੰਦੇ ਨੇ। ਹੁਣ ਇਹ ਬੜਾ ਖੂਬਸੂਰਤ ਜੀ ਗੱਲ ਔਰ ਇਹ ਨੁਕਤਾ, ਇਹਨੂੰ ਬੜੇ ਪਿਆਰ ਨਾਲ ਜੇ ਸਮਝਿਆ ਜਾਂ ਆਪਾਂ ਇਹਨੂੰ ਦੇਖੀਏ ਤਾਂ ਫਿਰ ਸਮਝ ਆਉਂਦੀ ਆ ਕਿ ਇਹ ਇੱਕ ਕੰਟੀਨਿਊਟੀ ਵਿੱਚ ਚੀਜ਼ਾਂ ਹੋ ਰਹੀਆਂ। ਇਹ ਐ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੁਛ ਕੀਤਾ ਫਿਰ ਗੁਰੂ ਅਮਰਦਾਸ ਜੀ ਨੇ ਕੁਛ ਕਰ ਲਿਆ, ਨਹੀਂ, ਇੱਕ ਪ੍ਰੋਪਰ ਕੰਟੀਨਿਊਟੀ ਵਿੱਚ ਆ ਰਿਹਾ। ਖੈਰ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੋਂ ਬਾਅਦ ਮੈਂ ਤੁਹਾਨੂੰ ਸਿੱਧਾ ਵਿਚਕਾਰਲਾ ਸਾਰਾ ਆਪਾਂ ਛੱਡ ਦਿੰਦੇ ਹਾਂ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਆ ਜਾਓ ਤੁਸੀਂ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਆ ਕੇ ਹੁਣ ਉਹ ਸਿੱਖ ਜਿਨ੍ਹਾਂ ਕੋਲੋਂ ਸਾਰਾ ਕੁਛ ਹੋ ਗਿਆ, ਸ਼ਹੀਦੀ ਵੀ ਆ ਗਈ ਔਰ ਸ਼ਸਤਰ ਵੀ ਆ ਗਏ। ਹੁਣ ਜਿਹੜੀ ਤਲਵਾਰ ਹੈ ਨਾ, ਤਲਵਾਰ ਉਹ ਕਿਰਪਾਨ ਕਦੋਂ ਬਣਦੀ ਆ? ਜਦੋਂ ਤੁਹਾਨੂੰ ਇਹ ਸਮਝ ਆ ਜਾਏ ਕਿ ਜਿਹੋ ਜਿਹੀ ਮੇਰੀ ਜ਼ਿੰਦਗੀ ਹੈ, ਜਦੋਂ ਤੁਹਾਡੇ ਅੰਦਰ ਇਹ ਵਿਵੇਕ ਆ ਜਾਏ, ਜਦੋਂ ਤੁਹਾਡਾ ਉਹ ਕਰੈਕਟਰ ਡਿਵੈਲਪ ਹੋ ਜਾਏ, ਉਦੋਂ ਉਹ ਕਿਰਪਾਨ ਬਣ ਜਾਂਦੀ ਹੈ। ਅਦਰਵਾਈਜ਼ ਉਹ ਤਲਵਾਰ ਆ। ਤੁਹਾਡੇ ਹੱਥ 'ਚ ਉਹਨਾਂ ਨੇ ਕਿਰਪਾਨ ਫੜਾ ਦਿੱਤੀ। ਹੁਣ ਗੱਲ ਇੱਥੇ ਇਹ ਆਉਂਦੀ ਆ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿ ਉਹਨਾਂ ਨੇ ਹੁਣ ਟੈਸਟ ਵੀ ਤਾਂ ਲੈਣਾ ਸੀ ਨਾ ਕਿ ਜੋ ਮੈਂ ਦੇਖਿਆ, ਜੋ ਅਸੀਂ ਬਣਾਇਆ ਉਹ ਬਣ ਗਏ। ਔਰ ਗੁਰੂ ਤੇਗ ਬਹਾਦਰ ਮਹਾਰਾਜ ਬਕਾਇਦਾ ਜਦੋਂ ਜਾਂਦੇ ਆ ਅਤੇ ਉੱਥੇ ਸਿੱਖ ਸ਼ਹੀਦ ਹੁੰਦੇ ਆ ਔਰ ਗੁਰੂ ਦੇਖ ਰਿਹਾ। ਇਹ ਗੱਲ ਜਦੋਂ ਮੈਨੂੰ ਪਹਿਲੀ ਵਾਰ ਸਮਝਾਈ ਗਈ ਸੀ ਅਤੇ ਮੇਰੇ ਰੌਂਗਟੇ ਖੜ੍ਹੇ ਹੋ ਗਏ ਸੀ, ਮੇਰੇ ਗੂਸ ਬੰਪਸ ਹੋ ਗਏ ਸੀਗੇ ਕਿ ਇਹ ਗੱਲ ਕਿੰਨੀ ਖੂਬਸੂਰਤ ਆ ਕਿ ਪੰਜਵੇਂ ਪਾਤਸ਼ਾਹ ਉੱਥੇ ਬਕਾਇਦਾ ਪ੍ਰੈਕਟੀਕਲ ਕਰਕੇ ਸਿੱਖ ਦੇਖ ਰਹੇ ਨੇ, ਗੁਰੂ ਸ਼ਹੀਦ ਹੋ ਰਿਹਾ, ਔਰ 9ਵੇਂ ਪਾਤਸ਼ਾਹ ਤੱਕ ਜਾਂਦੇ ਜਾਂਦੇ ਸਿੱਖ ਸ਼ਹੀਦ ਹੋ ਰਹੇ ਨੇ ਔਰ ਗੁਰੂ ਦੇਖ ਰਿਹਾ। ਹੁਣ ਉਹਨਾਂ ਨੇ ਸ਼ਹੀਦੀ ਦੀ ਉਹ ਜਿਹੜੀ ਕਲਾ ਸੀ ਨਾ ਉਹ ਪਾ ਲਈ, ਉਹ ਗ੍ਰਹਿਣ ਕਰ ਲਈ। ਜੋ ਉਹਨਾਂ ਨੇ 5ਵੇਂ ਜਾਮੇ ਵਿੱਚ ਪ੍ਰੈਕਟੀਕਲ ਦੇਖਿਆ ਸੀ, 9ਵੇਂ ਜਾਮੇ ਵਿੱਚ ਉਹਨਾਂ ਨੇ ਉਹਦਾ ਅਭਿਆਸ ਕਰਕੇ ਉਹਨੂੰ ਪ੍ਰੈਕਟੀਕਲੀ ਦਿਖਾ ਦਿੱਤਾ, ਡੈਮੋਨਸਟ੍ਰੇਟ ਕਰ ਦਿੱਤਾ ਕਿ ਆਹ ਦੇਖੋ ਅਸੀਂ ਵੀ ਕਰ ਸਕਦੇ ਹਾਂ। ਜਦੋਂ ਇੰਨਾ ਕਿਰਦਾਰ ਡਿਵੈਲਪ ਹੋ ਗਿਆ ਕਿ ਉਹਨਾਂ ਕੋਲ ਹਰ ਇੱਕ ਕਲਾ ਆ ਗਈ ਅਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦੇ ਨੇ, ਇਹ ਮੈਂ ਤੁਹਾਡੇ ਨਾਲ ਕਿਰਦਾਰ ਕਿਵੇਂ ਡਿਵੈਲਪ ਹੋਇਆ ਉਹਦੀ ਗੱਲ ਕਰ ਰਹੀ ਹਾਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦੇ ਆ, ਹੁਣ ਤੁਸੀਂ ਇਹ ਸੋਚੋ ਕਿ ਇੱਕ ਇਨਸਾਨ, ਉਹਦੇ ਕੋਲ ਲੈਂਗੁਏਜ ਵੀ ਆਪਣੀ ਹੈ, ਉਹਦੇ ਕੋਲ ਲਿਟਰੇਚਰ ਵੀ ਹੈ, ਮਤਲਬ ਉਹਦੇ ਕੋਲ ਐਜੂਕੇਸ਼ਨ, ਪ੍ਰੋਪਰ ਐਜੂਕੇਸ਼ਨ ਹੈਗੀ ਆ, ਬੁੱਧ ਵੀ ਹੈ, ਵਿਵੇਕ ਵੀ ਹੈ, ਸਾਰਾ ਕੁਝ ਉਹਦੇ ਕੋਲ ਹੋਣ ਦੇ ਬਾਅਦ ਉਹਦੇ ਕੋਲ ਉਹਨੂੰ ਸ਼ਹੀਦੀ ਦੀ ਪਰੰਪਰਾ ਵੀ ਸਮਝ ਆ ਗਈ। ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਸ਼ਹੀਦ ਹੋਣਾ ਕੀ ਆ, ਹੈ ਨਾ। ਪਹਿਲਾਂ ਮਰਨ ਕਬੂਲ ਹੈ, ਜੀਵਨ ਕੀ ਛੱਡ ਆਸ, ਹੋ ਸਭਨਾ ਕੇ ਰਹਿਣ ਕਾ ਤਉ ਆਓ ਹਮਾਰੇ ਪਾਸ, ਹੈ ਨਾ। ਉਹਨੂੰ ਇਹ ਵੀ ਸਮਝ ਆ ਗਈ ਕਿ ਪਹਿਲਾਂ ਜਿਹੜਾ ਉਹ ਮਰਨਾ ਕਬੂਲ ਹੈ, ਉਹ ਮਰਨਾ ਵੀ ਕਬੂਲ ਕਰਨਾ ਸ਼ੁਰੂ ਹੋ ਗਏ। ਹੁਣ ਇੱਥੋਂ ਤੱਕ ਜਦੋਂ ਉਹ ਮੰਨ ਗਏ ਅਤੇ 10ਵੇਂ ਪਾਤਸ਼ਾਹ ਨੇ ਫਿਰ ਇੱਕ ਫਾਈਨਲ ਟੈਸਟ ਲਿਆ। ਫਾਈਨਲ ਟੈਸਟ ਕੀ? ਉਹ ਇਨਸਾਨ ਕਿੰਨਾ ਪਾਵਰਫੁਲ ਹੋਊਗਾ, ਜ਼ਰਾ ਸੋਚ ਕੇ ਸਮਝ ਕੇ ਦੇਖਿਓ ਕਿ ਜਿਹਨੂੰ ਮੌਤ ਦਾ ਕੋਈ ਖੌਫ ਨਹੀਂ, ਮੌਤ ਨੂੰ ਬਕਾਇਦਾ ਉਹ ਇੱਕ ਆਰਟ ਮੰਨਦਾ ਆ ਔਰ ਬਕਾਇਦਾ ਇੱਕ ਜਸ਼ਨ ਦਾ ਮਾਹੌਲ ਬਣਾਉਂਦਾ ਆ, ਇੱਕ ਸੈਲੀਬ੍ਰੇਸ਼ਨ ਆ ਉਹਦੇ ਲਈ। ਆਪਾਂ ਗੁਰੂ ਪਾਤਸ਼ਾਹ ਦੀ ਜਦੋਂ ਸ਼ਹੀਦੀ ਦੇ ਦਿਨਾਂ ਦੇ ਵਿੱਚ ਆਪਾਂ ਲਾਉਂਦੇ ਆ ਨਾ, ਛਬੀਲ ਲਾਉਂਦੇ ਆ ਨਾ, ਪ੍ਰਸ਼ਾਦ ਵੰਡਦੇ ਆ ਨਾ, ਉਹ ਕਿਹੜੀ ਖੁਸ਼ੀ 'ਚ ਵੰਡਦੇ ਆ ਆਪਾਂ? ਕਿਉਂਕਿ ਸਾਨੂੰ ਮਰਨ ਦੇ ਉੱਤੇ ਜਸ਼ਨ ਮਨਾਉਣਾ ਦੱਸਿਆ ਆ। ਓਸ਼ੋ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਕਿ
ਜੇ ਤੁਸੀਂ ਮਰਨਾ ਸਿੱਖ ਲਿਆ ਤੇ ਤੁਹਾਨੂੰ ਜੀਣਾ ਆ ਜਾਊਗਾ। ਤੇ ਮੈਂ ਕਹਿੰਦੀ ਹੁੰਦੀ ਹਾਂ ਕਿ ਓਸ਼ੋ ਤੋਂ ਕਈ ਯੁੱਗਾਂ ਪਹਿਲਾਂ, ਕਈ ਸਾਲ ਪਹਿਲਾਂ ਮੇਰੇ ਗੁਰੂ ਪਾਤਸ਼ਾਹ ਨੇ ਪ੍ਰੈਕਟੀਕਲੀ ਉਹ ਤੁਹਾਨੂੰ ਕਰਕੇ ਦਿਖਾ ਦਿੱਤਾ, ਔਰ ਤੁਸੀਂ ਉਹ ਕੀਤਾ, ਸਿੱਖਾਂ ਨੇ ਉਹ ਕੀਤਾ, ਉਹ ਬਕਾਇਦਾ ਉਹ ਪ੍ਰੈਕਟਿਸ ਦੇ ਉੱਪਰ ਚੱਲਦੇ ਰਹੇ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਫਾਈਨਲੀ ਉਸ ਜਿਹੜਾ ਉਹ ਇੱਕ ਸਿੱਖ ਘੜਿਆ ਸੀ, ਜਿਹੜਾ ਉਹ ਘੜਿਆ ਗਿਆ ਸੀ, ਇੱਕ ਸੱਚਿਆਰ ਬੰਦਾ, ਜੇ ਇੱਕ ਸੱਚਿਆਰ ਮਨੁੱਖ ਘੜਿਆ ਗਿਆ ਸੀ, ਉਹਦਾ ਟੈਸਟ ਕੀ ਲੈਂਦੇ ਆ? ਕਿਉਂਕਿ ਜਿਹੜਾ ਇੰਨਾ ਪਾਵਰਫੁਲ ਹੋਊਗਾ ਉਹਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਲਗਾਮ ਤਾਂ ਚਾਹੀਦੀ ਆ ਨਾ, ਕੋਈ ਨਾ ਕੋਈ ਤਾਂ ਉਹਦਾ ਇੱਕ ਜਿਹਨੂੰ ਆਪਾਂ ਕਹੀਏ ਕਿ ਉਹਦਾ ਇੱਕ ਪੈਰਾਮੀਟਰ ਹੋਊਗਾ ਨਾ ਕਿ ਇਸ ਚੀਜ਼ ਤੋਂ ਬਾਹਰ ਨਹੀਂ ਜਾਊਗਾ। ਉਹ ਪੈਰਾਮੀਟਰ ਕੀ ਆ? ਗੁਰੂ ਦਾ ਹੁਕਮ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਕਾਇਦਾ ਆਪਣੇ ਸਿੱਖਾਂ ਦਾ ਇਮਤਿਹਾਨ ਲੈਂਦੇ ਨੇ ਗੁਰੂ ਦਾ ਹੁਕਮ ਮੰਨਣ ਦੀ ਜਾਂਚ ਵਿੱਚ। ਉਹ ਜਦੋਂ 5 ਸਿਰ ਮੰਨਦੇ ਨੇ, ਇਹ ਮੇਰੀ ਇੰਟਰਪ੍ਰੀਟੇਸ਼ਨ ਹੈ ਜਾਂ ਜੋ ਮੈਂ ਸਮਝਦੀ ਹਾਂ ਉਹ ਇਸ ਤਰ੍ਹਾਂ ਕਿ ਜਦੋਂ ਉਹ 5 ਸਿਰ ਮੰਨਦੇ ਨੇ ਤਾਂ ਉਹਨਾਂ ਦਾ 2 ਚੀਜ਼ਾਂ ਪਰਖੀਆਂ ਜਾਂਦੀਆਂ, ਇੱਕ ਗੁਰੂ ਦਾ ਹੁਕਮ ਤੇ ਦੂਸਰਾ ਗੁਰੂ ਦੇ ਉੱਤੇ ਭਰੋਸਾ, ਕਿ ਉਹਨਾਂ ਨੂੰ ਭਰੋਸਾ ਕਿੰਨਾ ਕੁ ਹੈ। ਸਾਰਾ ਕੁਝ ਹੋ ਗਿਆ, ਬੜਾ ਸੱਚਿਆਰ ਮਨੁੱਖ ਵੀ ਬਣ ਗਿਆ, ਹਰ ਇੱਕ ਚੀਜ਼ ਦਾ ਉਹ ਧਾਰਨੀ ਹੋ ਗਿਆ। ਹੁਣ ਉਹਦਾ ਜੇ ਤਾਂ ਉਹਨੂੰ ਗੁਰੂ 'ਤੇ ਭਰੋਸਾ ਆ ਤੇ ਉਹ ਕਦੀ ਡੋਲੂਗਾ ਨਹੀਂ, ਕਦੀ ਕਿਸੇ ਪਾਸੇ ਨਹੀਂ ਡੋਲੂਗਾ। ਤੇ ਜੇ ਉਹਨੂੰ ਭਰੋਸਾ ਨਹੀਂ ਆ ਤੇ ਫਿਰ ਉਹ ਕਿਸੇ ਮਰਜ਼ੀ ਪਾਸੇ ਜਾ ਸਕਦਾ। ਔਰ ਜਦੋਂ ਉਹ 5 ਪਿਆਰੇ ਸਜਾਉਂਦੇ ਆ, ਜਦੋਂ 5 ਪਿਆਰੇ ਸਾਹਮਣੇ ਆ ਜਾਂਦੇ ਆ ਸਿਰ ਦੇਣ ਨੂੰ, ਤੁਸੀਂ ਇਹ ਸੋਚ ਕੇ ਦੇਖੋ ਕਿ ਤੁਹਾਡੇ ਕੋਲੋਂ ਕੋਈ ਕਹੇ ਕਿ ਸਾਹਮਣੇ ਆਓ, ਤੁਹਾਡਾ ਸਿਰ ਕੱਟਣਾ ਆ, ਤੁਹਾਨੂੰ ਤਲਵਾਰ ਮੇਰੇ ਹੱਥ 'ਚ, ਤੁਸੀਂ ਸਾਹਮਣੇ ਆਓ, ਅਤੇ ਆਪਾਂ ਕੀ ਸੋਚਾਂਗੇ ਨਾ? ਅੱਜ ਦੇ ਜੋ ਆਪਾਂ ਅੱਜ ਕੱਲ੍ਹ ਦੇ ਜਿੱਥੇ ਕਿ ਜੇ ਆਪਾਂ ਖੜ੍ਹੇ ਹਾਂ, ਆਪਾਂ ਕੀ ਸੋਚਾਂਗੇ ਕਿ ਪਤਾ ਨਹੀਂ ਸਿਰ ਕੱਟਿਆ ਵੀ ਜਾ ਸਕਦਾ। ਪਰ ਉਹਨਾਂ ਦਾ ਜਿਹੜਾ ਸਿਦਕ ਹੈ ਉਹ ਵੇਖੋ, ਉਹਨਾਂ ਨੂੰ ਇਹ ਲੱਗਦਾ ਕਿ ਜੇ ਸਿਰ ਕੱਟਿਆ ਵੀ ਜਾਂਦਾ ਤਾਂ ਕੱਟਿਆ ਜਾਏ, ਮੇਰੇ ਗੁਰੂ ਦੇ ਬੋਲ ਆ ਅਤੇ ਮੈਂ ਬੋਲ ਪਗਾਉਣੇ ਆ। ਉਹਨਾਂ ਨੇ ਕਿਹਾ ਆ ਕਿ ਆਓ ਸਿਰ ਦਿਓ ਅਤੇ ਮੈਂ ਦੇਣਾ ਆ, ਗੱਲ ਖਤਮ। ਕਿਉਂਕਿ ਉਹਨਾਂ ਦੇ ਕੋਲ ਮੌਤ ਦਾ ਕੋਈ ਭੈ ਉਹਨਾਂ ਨੂੰ ਹੁਣ ਤੱਕ ਹੈ ਨਹੀਂ। ਔਰ ਉਹ ਇਹ 9ਵੇਂ ਜਾਮੇ ਦੇ ਵਿੱਚ ਇਹ ਬਕਾਇਦਾ ਆਪਣੇ ਗੁਰੂ ਨੂੰ ਉਹ ਡੈਮੋਨਸਟ੍ਰੇਟ ਕਰਕੇ ਦੱਸ ਚੁੱਕੇ ਆ ਕਿ ਸਾਨੂੰ ਕੋਈ ਮੌਤ ਦਾ ਹੁਣ ਭੈ ਰਿਹਾ ਨਹੀਂ, ਅਸੀਂ ਭੈ ਮੁਕਤ ਹੋ ਗਏ ਹਾਂ। ਅਤੇ ਹੁਣ ਉਹ ਗੁਰੂ ਦਾ ਹੁਕਮ ਜਿਹੜਾ ਆ ਉਹਨੂੰ ਪੁਜਾ ਰਹੇ ਆ। ਜਦੋਂ ਇਸ ਤਰ੍ਹਾਂ ਦਾ ਸਿੱਖ ਕਿਰਦਾਰ ਸਿਰਜਿਆ ਗਿਆ ਜਿਹੜਾ ਹਰ ਪਾਸਿਓਂ ਪਰਪੱਖ ਹੈ, ਪਰ ਬੱਝਾ ਗੁਰੂ ਦੇ ਹੁਕਮ ਦੇ ਨਾਲ ਹੈ ਔਰ ਗੁਰੂ ਦੇ ਉੱਤੇ ਭਰੋਸੇ ਦੇ ਨਾਲ ਹੈ, ਉਸ ਮਨੁੱਖ ਨੂੰ ਜਦੋਂ ਉਹ ਸਿੱਖ ਉਹ ਘੜਿਆ ਗਿਆ, ਉਸ ਤੋਂ ਬਾਅਦ ਗੁਰੂ ਪਾਤਸ਼ਾਹ ਉਹਨਾਂ ਨੂੰ ਜਿਹੜੀ ਗੁਰਿਆਈ ਹੈ ਉਹ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਦੇ ਜਾਂਦੇ ਆ। ਐਸੇ ਸਿੱਖ ਨੂੰ ਜਿਹੜਾ ਹੈ ਉਹ ਗੁਰਿਆਈ ਦਿੱਤੀ। ਔਰ ਉਸ ਤੋਂ ਬਾਅਦ ਇਤਿਹਾਸ ਗਵਾਹ ਹੈ ਕਿ ਸਾਡੇ ਰਾਜ ਪਾਠ ਵੀ ਕਾਇਮ ਹੋਏ। ਫਿਰ ਅਸੀਂ ਹੌਲੀ ਹੌਲੀ ਡੋਲੇ ਅਤੇ ਸਾਡੇ ਰਾਜ ਪਾਠ ਵੀ ਖ਼ਤਮ ਹੁੰਦੇ ਗਏ। ਜਦੋਂ ਅਸੀਂ ਆਪਣੇ ਗੁਰੂ ਤੋਂ ਮੂੰਹ ਮੋੜਨਾ ਸ਼ੁਰੂ ਕੀਤਾ, ਸਾਡੇ ਰਾਜ ਪਾਠ ਵੀ ਖੁੱਸਦੇ ਗਏ। ਅਤੇ ਅੱਜ ਅਸੀਂ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਇਸੇ ਲਈ ਹਾਂ ਕਿਉਂਕਿ ਅਸੀਂ ਨਾ ਤਾਂ ਭਰੋਸਾ ਰੱਖਿਆ, ਨਾ ਅਸੀਂ ਆਪਣਾ ਸਿਦਕ ਰੱਖਿਆ, ਨਾ ਉਹ ਕਿਰਦਾਰ ਰੱਖਿਆ। ਅੱਜ ਜਿਹੜਾ ਹੁਣ ਹੋ ਰਿਹਾ ਕਿਉਂਕਿ ਦੇਖੋ ਜਿਹੜੀ ਰੀਸੈਂਟ ਜਿਹੜੀ ਅੱਜ ਕੱਲ੍ਹ ਹੀ ਗੱਲ ਹੋਈ ਆ, ਜਿਹੜੀ ਗੋਬਿੰਦ ਰਾਮਾਇਣ ਦਾ ਇੱਕ ਜ਼ਿਕਰ ਆ ਗਿਆ ਅਤੇ ਉਹਨੇ ਸਾਡੇ ਸਾਰੇ ਕੌਮ ਦੇ ਵਿੱਚ ਭੁਚਾਲ ਕਿਉਂ ਪਾਤਾ? ਕਿਉਂਕਿ ਅਸੀਂ ਆਪਣੀ ਲੈਂਗੁਏਜ ਛੱਡ ਦਿੱਤੀ, ਲਿਟਰੇਚਰ ਛੱਡ ਦਿੱਤਾ। ਅਸੀਂ ਆਪਣੀ ਭਾਸ਼ਾ, ਆਪਣੀ ਐਜੂਕੇਸ਼ਨ ਨੂੰ ਸਮਝਿਆ ਹੀ ਨਹੀਂ। ਅਸੀਂ ਲੈਂਗੁਏਜ, ਲਿਟਰੇਚਰ, ਫਿਜ਼ੀਕਲ ਫਿਟਨੈਸ, ਸਾਡੇ ਗੁਰੂਆਂ ਨੇ ਜੋ ਸਾਨੂੰ ਦਿੱਤਾ ਸੀ ਅਸੀਂ ਖ਼ਤਮ ਕਰ ਲਿਆ। ਅਸੀਂ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਆ ਗਏ ਕਿ ਲਓ ਜੀ ਸਾਨੂੰ ਖੇਡੋ। ਹੁਣ ਉਹ ਫੁੱਟਬਾਲ ਵਾਂਗੂ ਇੱਧਰੋਂ ਉੱਧਰ ਮਾਰਦੇ ਆ, ਉੱਧਰੋਂ ਫੁੱਟਬਾਲ ਨੂੰ ਫਿਰ ਮਾਰਦੇ ਆ ਕਿੱਕ ਇੱਧਰ, ਅਤੇ ਅਸੀਂ ਉਸੇ ਫੁੱਟਬਾਲ ਦੀ ਕਿੱਕ ਦੇ ਵਿੱਚ ਹੀ ਨਾ ਆਪਣੇ ਆਪ 'ਚ ਅਸੀਂ ਨਿੰਮੋ ਝੋਣੇ ਜਿਹੇ ਹੋਏ ਬੈਠੇ ਹਾਂ। ਛੋਟੇ ਹੁੰਦਿਆਂ ਅਸੀਂ ਜਦੋਂ ਕਿਤੇ ਖੇਡਿਆ ਕਰਦੇ ਹੁੰਦੇ ਸੀਗੇ ਅਤੇ ਕੋਈ ਬੜੇ ਸ਼ੈਤਾਨ ਬੱਚੇ ਹੁੰਦੇ ਸੀ, ਹੈ ਨਾ, ਅਤੇ ਇੱਕ ਗੱਲ ਹੁੰਦੀ ਸੀਗੀ ਕਿ ਜਿਹੜਾ ਕੋਈ ਬਹੁਤਾ ਤਿੜਫਿੜ ਕਰੇ ਅਤੇ ਉਹਨੂੰ ਕੁੱਟ ਦਿਓ। ਛੋਟੇ ਬੱਚੇ ਸਾਰੇ ਇੱਕ ਦੂਜੇ ਨਾਲ ਲੜਦੇ ਆ। ਔਰ ਜਿਹੜਾ ਕੋਈ ਬੜਾ ਤਾਕਤਵਰ ਬੱਚਾ ਹੁੰਦਾ ਸੀਗਾ ਨਾ, ਹੁਣ ਮੈਂ ਨਿੱਕੀ ਜੀ ਔਰ ਬੜੇ ਵੱਡੇ ਜਿਨ੍ਹਾਂ ਨੂੰ ਅਸੀਂ ਵੱਡੇ ਵੀਰ ਜੀ ਹੋਣੀ ਕਹਿੰਦੇ ਹੁੰਦੇ ਸੀ, ਉਹ ਬੜੇ ਤਾਕਤਵਰ ਵੱਡੇ ਸਾਡੇ ਤੋਂ, ਅਤੇ ਉਹਨਾਂ ਨੂੰ ਅਸੀਂ ਚਿੱਤ ਕਿੱਦਾਂ ਕਰਦੇ ਹੁੰਦੇ ਸੀਗੇ ਕਿ ਉਹਨਾਂ ਦੇ ਉੱਤੇ ਚੜ੍ਹ ਜਾਓ, ਮਾਰੀ ਜਾਓ ਉਹਨਾਂ ਦੇ, ਹੈ ਨਾ। ਉਹਨਾਂ ਨੂੰ ਹੋਸ਼ ਹੀ ਨਾ ਆਉਣ ਦਿਓ ਕਿ ਮੇਰੇ ਨਾਲ ਹੋਇਆ ਕੀ। ਜਦੋਂ ਤੱਕ ਉਹਨਾਂ ਨੂੰ ਹੋਸ਼ ਆਊਗੀ ਤੁਸੀਂ ਜਿੱਤ ਗਏ ਆ। ਇਹ ਤੁਹਾਡੇ ਨਾਲ ਹੋ ਰਿਹਾ ਕਿਉਂਕਿ ਤੁਸੀਂ ਆਪਣਾ ਵਿਰਸਾ ਨਹੀਂ ਸਾਂਭਿਆ। ਤੁਸੀਂ ਗੁਰੂ ਦੀਆਂ ਜਿਹੜੀਆਂ ਦਿੱਤੀਆਂ ਬਖਸ਼ਿਸ਼ਾਂ ਸੀ ਉਹਨਾਂ ਨੂੰ ਹੌਲੀ ਕਰਕੇ ਵਿਸਾਰਦੇ ਗਏ। ਤੁਸੀਂ ਆਪਣੇ ਅੰਦਰ ਇਹ ਮੈਂ ਪੈਦਾ ਕਰ ਲਈ ਕਿ ਮੇਰੀ ਨੌਲੇਜ, ਮੇਰੀ ਇੰਟਰਪ੍ਰੀਟੇਸ਼ਨ, ਮੇਰੀ ਸਿੱਖੀ ਸਭ ਤੋਂ ਉੱਚੀ ਆ, ਮੇਰੇ ਤੋਂ ਵੱਧ ਇੰਟੈਲੀਜੈਂਟ ਤਾਂ ਕੋਈ ਹੈ ਹੀ ਨਹੀਂ। ਜੋ ਮੈਂ ਬੋਲਤਾ ਬਸ ਇਹ ਖ਼ਤਮ ਆ, ਇਹੀ ਤਾਂ ਆਖਰੀ ਹੈ। ਔਰ ਅਸੀਂ ਇੰਨੇ ਸ਼ੋਹਰਤ ਦੇ ਭੁੱਖੇ ਹੋ ਗਏ ਕਿ ਅਸੀਂ ਆਪਣੀਆਂ ਹੀ ਚੀਜ਼ਾਂ ਨੂੰ ਆਪ ਲੋਕਾਂ ਦੇ ਸਾਹਮਣੇ ਲਿਆ ਕੇ ਭੰਡਣਾ ਸ਼ੁਰੂ ਕਰਤਾ। ਐਸੀ ਕੌਮ ਜਿਹੜੀ ਇੰਨੀ ਸੁਹਿਰਦ ਕੌਮ ਕਦੀ ਗੁਰੂ ਮੇਰੇ ਨੇ ਸਾਜੀ ਸੀ, ਉਹ ਅੱਜ ਇਸ ਲੈਵਲ ਦੇ ਉੱਤੇ ਆ ਗਈ ਹੈ ਕਿ ਅਸੀਂ ਆਪੇ ਹੀ ਚੁੱਕਦੇ ਹਾਂ ਇੱਕ ਫੋਨ
ਔਰ ਉਹਦੇ ਵਿੱਚ ਇੱਕ ਵੀਡੀਓ ਬਣਾਉਣੀ ਸ਼ੁਰੂ ਕਰਦੇ ਹਾਂ ਔਰ ਕਹਿੰਦੇ ਹਾਂ ਜੀ ਆਹ ਦੇਖੋ ਜੀ ਇੱਥੇ ਆਹ ਲਿਖਿਆ ਜੀ, ਆਹ ਲਿਖਿਆ ਜੀ, ਔਰ ਬਕਾਇਦਾ ਅਸੀਂ ਇਹ ਦੱਸਦੇ ਹਾਂ ਕਿ ਸਾਡੀ ਕੌਮ ਦੋ ਫਾੜ ਹੈ, ਔਰ ਇਹਦਾ ਫਾਇਦਾ ਅਸੀਂ ਜਿਹੜਾ ਕੋਈ ਹੋਰ ਹੈ ਉਹਨੂੰ ਦਿੰਦੇ ਹਾਂ ਜੋ ਸਾਡੇ ਦੁਸ਼ਮਣ ਆ। ਦੁਸ਼ਮਣ ਸਾਡਾ ਕੋਈ ਨਹੀਂ, ਅਸੀਂ ਆਪਣੇ ਦੁਸ਼ਮਣ ਆਪ ਹਾਂ। ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਸਾਂਭਦੇ ਤਦ ਤੱਕ ਸਾਡੇ ਦੁਸ਼ਮਣ ਪੈਦਾ ਹੁੰਦੇ ਰਹਿਣਗੇ। ਸਾਨੂੰ ਸਿਰਫ ਗੁਰੂ ਦੇ ਹੁਕਮ ਦੇ ਨਾਲ ਚੱਲਣਾ ਸੀ, ਜੋ ਅਸੀਂ ਨਹੀਂ ਚੱਲੇ। ਖੈਰ ਇਹ ਗੱਲਾਂ ਹੋਰ ਪਾਸੇ ਚੱਲ ਜਾਣਗੀਆਂ। ਹੁਣ ਇੱਥੋਂ ਤੱਕ ਆ ਗਿਆ ਜਦੋਂ ਸਾਡੀ ਪ੍ਰੋਬਲਮ ਕਿੱਥੇ ਹੋ ਗਈ, ਜਦੋਂ ਸਾਨੂੰ ਇਹੋ ਜਿਹੀ ਇੱਕ ਇੰਨੀ ਖੂਬਸੂਰਤ ਵਿਚਾਰਧਾਰਾ ਮਿਲੀ, ਜਦੋਂ ਸਾਡਾ ਇਸ ਤਰੀਕੇ ਨਾਲ ਸਟੈਪ ਬਾਏ ਸਟੈਪ ਸਾਡਾ ਕਿਰਦਾਰ ਕੰਸਟਰਕਟ ਹੋਇਆ, ਤੇ ਪ੍ਰੋਬਲਮ ਕਿੱਥੇ ਆ ਗਈ? ਪ੍ਰੋਬਲਮ ਆ ਗਈ ਕਿ ਸਾਨੂੰ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਭ ਨੂੰ ਇੱਕ ਜਾਣਨਾ ਸੀ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਜੋਤ ਮੰਨਣੀ ਸੀ। ਅਸੀਂ ਕੀ ਕਰ ਲਿਆ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕਰ ਲਿਆ ਵੱਖਰਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਰ ਲਿਆ ਵੱਖਰਾ। ਅਸੀਂ ਇਸ ਤਰ੍ਹਾਂ ਕਰਦੇ ਹਾਂ, ਅਸੀਂ ਆਪਣੀ ਜਿਹੜੀ ਹਿਸਟਰੀ ਹੈ ਨਾ, ਅਸੀਂ ਇਹਨੂੰ ਟੋਟਿਆਂ 'ਚ ਪੜ੍ਹਨਾ ਸ਼ੁਰੂ ਕੀਤਾ। ਇਹ ਟੋਟਿਆਂ 'ਚ ਪੜ੍ਹਨ ਵਾਲਾ ਕੰਮ ਨਹੀਂ ਆ, ਇਹ ਕੰਟੀਨਿਊਟੀ 'ਚ ਪੜ੍ਹੇ ਜਾਣ ਵਾਲਾ ਕੰਮ ਹੈ। ਇਹਨੂੰ ਕੰਟੀਨਿਊਟੀ 'ਚ ਵੇਖਣਾ ਪਊਗਾ, ਫਿਰ ਤੁਹਾਡੇ ਸਾਹਮਣੇ ਸਮਝ ਦੇ ਵਿੱਚ ਜਿਹੜੇ ਨੁਕਤੇ ਨੇ ਨਾ ਉਹ ਆਉਣਗੇ। ਬੜੀ ਸੋਹਣੀ ਇੱਕ ਲਾਈਨ ਜਿਹੜੀ ਹੈ ਉਹ ਆਉਂਦੀ ਆ, ਸ਼੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ। ਪਰ ਅਸੀਂ ਕੀ ਕਰ ਲਿਆ? ਅਸੀਂ ਗੁਰੂ ਨਾਨਕ ਨੂੰ ਵੱਖਰਾ ਕਰ ਲਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਵੱਖਰਾ ਕਰ ਲਿਆ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਾਂ ਬਿਲਕੁਲ ਅਸੀਂ ਕਹਿ ਦਿੱਤਾ ਨਾ ਕਿ ਇਹ ਤਾਂ ਹੈ ਹੀ ਪਰੇ, ਇਹ ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਹੈ ਹੀ ਨਹੀਂ। ਅਸੀਂ ਇਹ ਮੰਨ ਗਏ। ਸਾਡੇ 'ਚੋਂ ਬਹੁਤੇ ਜਿਹੜੇ ਕਹਿੰਦੇ ਆ ਕਿ ਨਹੀਂ ਜੀ, ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖੀ ਕਹੀ ਆ ਨਾ ਉਹ ਠੀਕ ਆ, ਉਹਦੇ ਵਿੱਚ ਕੇਸ ਰੱਖਣੇ ਹੈਗੇ ਆ, ਪਰ ਗੁਰੂ ਨਾਨਕ ਦੇਵ ਜੀ ਨੇ ਨਹੀਂ ਕਿਹਾ। ਗੁਰੂ ਨਾਨਕ ਨੇ ਜੋ ਕਿਹਾ ਉਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਔਰ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਉਹੀ ਗੁਰੂ ਨਾਨਕ ਨੇ ਕਿਹਾ। ਉਹ ਇੱਕ ਆ। ਜਦ ਤੱਕ ਅਸੀਂ ਇਹ ਕੰਟੀਨਿਊਟੀ ਨੂੰ ਸਮਝਾਂਗੇ ਨਹੀਂ, ਅਸੀਂ ਖੁਆਰ ਹੁੰਦੇ ਰਵਾਂਗੇ, ਰੁਲਦੇ ਰਵਾਂਗੇ, ਔਰ ਸਾਨੂੰ ਕੋਈ ਬਚਾ ਨਹੀਂ ਸਕਦਾ, ਕਿਉਂਕਿ ਅਸੀਂ ਆਪਣੀ ਕਬਰ ਆਪ ਖੋਦ ਰਹੇ ਹਾਂ। ਸਾਨੂੰ ਇੱਕ ਗੱਲ ਹੋਰ ਸਾਨੂੰ ਜਿਹੜਾ ਨੁਕਤਾ ਸਮਝਣਾ ਸੀ ਉਹ ਇਹ ਸੀ ਕਿ ਜਦੋਂ ਤੱਕ ਤੁਸੀਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇੱਕ ਕੰਟੀਨਿਊਟੀ ਵਿੱਚ ਵੇਖੋਗੇ, ਤੁਹਾਡਾ ਗੁਰਬਾਣੀ ਦੇ ਵਿੱਚ ਜਿਹੜਾ ਹੈ ਨਾ ਉਹ ਤੁਹਾਡਾ ਅਭਿਆਸ ਪੱਕਾ ਹੋਊਗਾ। ਨਹੀਂ ਤਾਂ ਤੁਸੀਂ ਉਹ ਜਿਹੜੀ ਖੁਆਰ ਹੋਣ ਵਾਲੀ ਗੱਲ ਮੈਂ ਕੀਤੀ ਉਹਦੇ ਵਿੱਚ ਫਸ ਕੇ ਕਿ ਮੈਂ ਹੁਣ ਕਿਹਦੀ ਬਾਣੀ ਨੂੰ ਮੰਨਾਂ, ਮੈਂ ਗੁਰੂ ਨਾਨਕ ਦੀ ਬਾਣੀ ਨੂੰ ਮੰਨਾਂ, ਕਿ ਮੈਂ ਕਿਸੇ ਭਗਤ ਸਾਹਿਬਾਨ ਦੀ ਬਾਣੀ ਨੂੰ ਮੰਨਾਂ, ਕਿ ਮੈਂ ਭੱਟ ਸਾਹਿਬਾਨ ਦੀ ਬਾਣੀ ਨੂੰ ਮੰਨਾਂ, ਕਿ ਮੈਂ ਕਿਹਦੀ ਬਾਣੀ ਨੂੰ। ਜੇ ਅਸੀਂ ਇੱਦਾਂ ਟੋਟਿਆਂ 'ਚ ਚੀਜ਼ਾਂ ਵੇਖਾਂਗੇ ਨਾ, ਤਾਂ ਸਾਡਾ ਕਿਰਦਾਰ ਟੋਟੇ ਹੋਇਆ ਪਿਆ, ਅੱਗੇ ਹੋ ਜਾਊਗਾ। ਕਿਉਂਕਿ ਜਦ ਤੱਕ ਤੁਸੀਂ ਗੁਰਬਾਣੀ ਨੂੰ ਨਿਰੰਤਰਤਾ ਵਿੱਚ ਨਹੀਂ ਸਮਝਦੇ, ਗੁਰ ਇਤਿਹਾਸ ਦੇ ਨਾਲ ਨਿਰੰਤਰਤਾ ਦੇ ਵਿੱਚ ਨਹੀਂ ਸਮਝਦੇ, ਤੁਹਾਡਾ ਕਿਰਦਾਰ, ਤੁਹਾਡੇ ਬੱਚਿਆਂ ਦਾ ਕਿਰਦਾਰ ਨਿਰੰਤਰ ਨਹੀਂ ਹੋਣਾ। ਬੜੀ ਸੋਹਣੀ ਇੱਕ ਗੱਲ ਗੁਰਬਾਣੀ ਵਿੱਚ ਆਉਂਦੀ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਸਾਨੂੰ ਇਹ ਨੁਕਤਾ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਨੇ ਦਿੱਤਾ ਸੀ। ਸਾਨੂੰ ਜਿਹੜਾ ਉਹ ਕਿਰਦਾਰ ਘੜਿਆ ਗਿਆ ਸੀ ਨਾ, ਸਾਨੂੰ ਜਦੋਂ ਐਂਡ ਤੱਕ ਆ ਕੇ ਜਿਹੜਾ ਮੈਂ ਤੁਹਾਨੂੰ ਦੱਸਿਆ, ਜਦੋਂ ਤੁਸੀਂ ਇੰਨਾ ਭਰੋਸਾ ਕਰਦੇ ਹੋ ਆਪਣੇ ਗੁਰੂ ਦੇ ਉੱਤੇ ਕਿ ਲੈ ਪਾਤਸ਼ਾਹ ਤੂੰ ਸਿਰ ਮੰਗਿਆ 5 ਸਿਰ ਹਾਜ਼ਰ ਆ, ਜਦੋਂ ਤੁਸੀਂ ਇੰਨਾ ਭਰੋਸਾ ਕਰਦੇ ਹੋ ਨਾ, ਤੇ ਫਿਰ ਤੁਸੀਂ ਸਤਿਗੁਰੂ ਦੀ ਬਾਣੀ ਉੱਤੇ ਕਿੰਤੂ ਨਹੀਂ ਸੀ ਕਰਨਾ। ਤੁਸੀਂ ਕਿੰਤੂ ਕੀਤਾ ਕਿਉਂਕਿ ਤੁਹਾਨੂੰ ਲੱਗਦਾ ਕਿ ਮੇਰਾ ਜ਼ਹਿਨ, ਮੇਰਾ ਇੰਟੈਲੈਕਟ, ਮੇਰੀ ਇੰਟੈਲੀਜੈਂਸ ਸਰਵ ਸ੍ਰੇਸ਼ਟ ਆ, ਮੇਰੇ ਤੋਂ ਵੱਡਾ ਤੇ ਬ੍ਰਹਮ ਹੈ ਹੀ ਕੋਈ ਨਹੀਂ, ਮੈਂ ਹੀ ਬ੍ਰਹਮ ਆ, ਹੈ ਨਾ। ਉਹ ਨਹੀਂ ਸੀ ਆਪਾਂ ਨੂੰ ਕਰਨਾ। ਸਾਨੂੰ ਗੁਰੂ ਦੇ ਉੱਤੇ ਭਰੋਸਾ ਰੱਖਣਾ ਸੀ, ਸਾਨੂੰ ਆਪਣਾ ਕਿਰਦਾਰ ਪੂਰਾ ਰੱਖਣਾ ਸੀ, ਔਰ ਗੁਰਬਾਣੀ ਦੇ ਉੱਤੇ ਭਰੋਸਾ ਰੱਖਣਾ ਸੀ। ਔਰ ਜਦੋਂ ਉਸ ਭਰੋਸੇ ਦੇ ਵਿੱਚੋਂ ਜਿਹੜੇ ਇੱਕ ਨਿਰੰਤਰਤਾ ਦੇ ਵਿੱਚ ਸਾਡਾ ਅਭਿਆਸ ਗੁਰਬਾਣੀ ਨਾਲ ਜੁੜਨਾ ਸੀ ਨਾ, ਫਿਰ ਅਸੀਂ ਗੁਰਬਾਣੀ ਬਣ ਜਾਣਾ ਸੀ। ਔਰ ਜਿੱਥੇ ਗੁਰਬਾਣੀ ਬਣ ਜਾਂਦਾ ਨਾ ਕੋਈ, ਖੈਰ ਅੰਕਲ ਬਾਰ-ਬਾਰ ਇਹ ਗੱਲ ਕਹਿੰਦੇ ਹੁੰਦੇ ਆ ਕਿ ਜਦੋਂ ਉਹ ਗੁਰਬਾਣੀ ਹੋ ਗਏ ਫਿਰ ਹੀ ਬੰਦ ਕੱਟੇ ਗਏ, ਫਿਰ ਹੀ ਜਿਹੜੇ ਸਿਰ ਆ ਉਹ ਹੱਥਾਂ ਉਹ ਤਲੀਆਂ ਦੇ ਉੱਤੇ ਟਿਕੇ। ਅਸੀਂ ਗੁਰਬਾਣੀ ਨੂੰ ਇਸ ਤਰੀਕੇ ਨਾਲ ਮੰਨਿਆ ਹੀ ਨਹੀਂ। ਅਸੀਂ ਸਤਿਗੁਰ ਦੀ ਬਾਣੀ ਨੂੰ ਆਪਣੇ ਹਿਸਾਬ ਨਾਲ ਦੇਖ ਲਿਆ। ਬਕਾਇਦਾ ਅਸੀਂ ਨਾ ਸਿਰਫ ਅਸੀਂ ਗੁਰੂ ਵੰਡੇ, ਅਸੀਂ ਗੁਰਬਾਣੀ ਨੂੰ ਵੀ ਵੰਡ ਲਿਆ, ਤਾਸੀਰ ਦੇ ਹਿਸਾਬ ਨਾਲ ਅਸੀਂ ਗੁਰਬਾਣੀ ਨੂੰ ਵੰਡ ਲਿਆ। ਮੈਨੂੰ ਯਾਦ ਆ ਕਿ ਬਹੁਤ ਲੰਬੇ ਸਮੇਂ ਤੱਕ, ਕਿਉਂਕਿ ਇਨਸਾਨ ਉਹ ਹੁੰਦਾ ਜਿਹੜਾ ਪਹਿਲਾਂ ਆਪਣੀਆਂ ਕਮੀਆਂ ਦੇਖੇ, ਬਹੁਤ ਲੰਬੇ ਸਮੇਂ ਤੱਕ ਜਿਹੜਾ ਬਾਬਾ ਦੀਪ ਸਿੰਘ ਸ਼ਹੀਦ ਹੋਣਾ ਦੇ ਗੁਰਦੁਆਰੇ ਅਸੀਂ ਮੱਥਾ ਟੇਕਣ ਜਾਣਾ, ਅਤੇ ਉਹਦੇ ਉੱਤੇ ਬਾਬਾ ਦੀਪ ਸਿੰਘ ਹੋਣਾ ਦੀ ਜਿਹੜੀ ਤਸਵੀਰ ਆ ਉਹਦੇ ਉੱਤੇ ਲਿਖਿਆ ਹੁੰਦਾ ਸੀਗਾ, ਜਾਂ ਤਾਂ ਉਹ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਅਤੇ ਮੈਂ ਬਹੁਤ ਲੰਬੇ ਸਮੇਂ ਤੱਕ ਇਹ ਸਮਝਦੀ ਰਹੀ ਕਿ ਸ਼ਾਇਦ ਇਹ ਬਾਬਾ ਦੀਪ ਸਿੰਘ ਨੇ ਕਿਹਾ ਹੈ। ਔਰ ਮੈਂ ਇਕੱਲੀ ਕਿਉਂ, ਮੇਰੇ ਨਾਲ
ਮੈਂ ਤਾਂ ਬੱਚੀ ਸੀ, ਪਰ ਫਿਰ ਵੀ ਮੇਰੇ ਨਾਲ ਜਿਹੜੇ ਮੇਰੇ ਨਾਲ ਬਜ਼ੁਰਗ ਵੀ ਸੀ, ਉਹ ਵੀ ਇਹ ਸਮਝਦੇ ਰਹੇ ਕਿ ਇਹ ਬਾਬਾ ਦੀਪ ਸਿੰਘ ਹੋਣਾ ਨੇ ਲਿਖਿਆ ਆ। ਸਾਡਾ ਇਹ ਤਾਂ ਸਾਡਾ ਹਾਲ ਹੈ। ਅਸੀਂ ਇਹ ਸੋਚਿਆ ਹੀ ਨਹੀਂ ਕਿ ਇਹ ਗੁਰੂ ਨਾਨਕ ਪਾਤਸ਼ਾਹ ਵੀ ਕਹਿ ਸਕਦੇ, ਅਸੀਂ ਮੰਨਦੇ ਹੀ ਨਹੀਂ। ਜਿਨ੍ਹਾਂ ਨੂੰ ਅਸੀਂ ਫਿਰ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾੜੇ ਖੇਤ। ਇਹ ਗੱਲ ਜਿਹੜੀ ਭਗਤ ਕਬੀਰ ਕਹਿੰਦੇ ਨੇ, ਅਸੀਂ ਉਹਨੂੰ ਵੀ ਬੀਰ ਰਸ ਨਾਲ ਜੋੜਦੇ ਹਾਂ। ਅਸੀਂ ਕੀ ਕਰ ਲਿਆ ਕਿ ਜਿਹੜੀਆਂ ਬਾਣੀਆਂ ਤੇ ਨਾਮ ਦੇ ਨਾਲ ਜੋੜਦੀਆਂ ਨੇ ਜਾਂ ਸਹਿਜ ਨੇ, ਸਹਿਜ ਤਾਂ ਵੈਸੇ ਸਾਰੀ ਬਾਣੀ ਹੈ, ਪਰ ਮੈਨੂੰ ਕਿਉਂਕਿ ਸਾਡੀ ਟਰਮਨੋਲੋਜੀ ਬੜੀ ਲਿਮਿਟਿਡ ਆ, ਅਤੇ ਤੁਸੀਂ ਮੇਰੇ ਭਾਵ ਨੂੰ ਸਮਝ ਲੈਣਾ ਮੈਂ ਕੀ ਕਹਿਣਾ ਚਾਹ ਰਹੀ ਹਾਂ। ਕਿ ਜਦੋਂ ਅਸੀਂ ਉਹ ਜਿਹੜੀਆਂ ਬਾਣੀਆਂ ਸਾਨੂੰ ਲੱਗਦੀਆਂ ਨਾ ਕਿ ਇਹ ਗੁਰੂ ਨਾਨਕ ਪਾਤਸ਼ਾਹ ਕਹਿ ਸਕਦੇ ਆ, ਇਹ ਕਬੀਰ ਜੀ ਕਹਿ ਸਕਦੇ, ਅਸੀਂ ਉਹਨਾਂ ਨੂੰ ਅਲੋਟ ਕਰ ਦਿੰਦੇ ਹਾਂ। ਅਤੇ ਜਿਹਦੇ ਵਿੱਚ ਆਉਂਦਾ ਪੁਰਜਾ ਪੁਰਜਾ ਕੱਟ ਮਰੇ ਕਭੋ ਨਾ ਛੱਡੇ ਖੇਤ, ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਹੋਊਗੀ। ਅਸੀਂ ਬਾਣੀਆਂ ਨੂੰ ਵੀ ਤਾਸੀਰ ਦੇ ਹਿਸਾਬ ਨਾਲ ਵੰਡ ਲਿਆ। ਔਰ ਕਮੀ ਕਿੱਥੇ ਆ? ਕਿਉਂਕਿ ਅਸੀਂ ਪੜ੍ਹਦੇ ਹੀ ਨਹੀਂ, ਅਸੀਂ ਪੜ੍ਹਨਾ ਨਹੀਂ। ਫਿਰ ਜੋ ਤੁਹਾਨੂੰ ਕੋਈ ਦੱਸੂਗਾ ਫਿਰ ਤੁਸੀਂ ਉਹ ਮੰਨਦੇ ਜਾਇਓ। ਇਸ ਕਰਕੇ ਜਦੋਂ ਤੱਕ ਅਸੀਂ ਗੁਰਬਾਣੀ ਨੂੰ ਇੱਕ ਨਿਰੰਤਰਤਾ, ਗੁਰਬਾਣੀ ਔਰ ਗੁਰ ਇਤਿਹਾਸ ਨੂੰ ਇੱਕ ਨਿਰੰਤਰਤਾ ਦੇ ਵਿੱਚ ਸਮਝਣਾ ਸ਼ੁਰੂ ਨਹੀਂ ਕਰਦੇ, ਜਦ ਤੱਕ ਅਸੀਂ ਆਪਣਾ ਇਤਿਹਾਸ ਆਪ ਪੜ੍ਹਨਾ ਨਹੀਂ ਸ਼ੁਰੂ ਕਰਦੇ, ਤਦ ਤੱਕ ਲੋਕ ਤੁਹਾਨੂੰ ਤੁਹਾਡੇ ਹਿਸਾਬ ਨਾਲ ਇੰਟਰਪ੍ਰੈਟ ਕਰਦੇ ਰਹਿਣਗੇ। ਤੁਸੀਂ ਠੋਕਰਾਂ ਖਾਂਦੇ ਰਹੋਗੇ ਔਰ ਤੁਹਾਡੇ ਦੇ ਵਿੱਚ ਇੱਕ ਜਿਹੜੀ ਝੂਠੀ ਮੈਂ ਹੈ ਨਾ ਕਿ ਮੈਨੂੰ ਸਭ ਪਤਾ, ਗੂਗਲ ਦੇ ਉੱਤੋਂ 4 ਲਾਈਨਾਂ ਪੜ੍ਹ ਕੇ ਅਸੀਂ ਸਾਰੇ ਵਿਦਵਾਨ ਬਣ ਜਾਂਦੇ ਹਾਂ। ਔਰ ਉਹ ਵਿਦਵਾਨਗਿਰੀ ਸਾਡੀ ਤਦ ਤੱਕ ਨਿਕਲਣੀ ਨਹੀਂ। ਔਰ ਜਦ ਤੱਕ ਇਹ ਜਿਹੜਾ ਭੁਲੇਖਾ ਹੈ ਨਾ ਕਿ ਮੈਂ ਸਭ ਤੋਂ ਸਰਵ ਸ੍ਰੇਸ਼ਟ ਹਾਂ, ਜਦ ਤੱਕ ਇਹ ਸਾਡੇ ਨਾਲ ਚੱਲਦਾ ਆ, ਤਦ ਤੱਕ ਹੋਰ ਕਿਸੇ ਚੀਜ਼ ਦੀ ਕੋਈ ਪੋਸੀਬਿਲਿਟੀ ਨਹੀਂ ਹੈ। ਸਿੱਖਾਂ ਨੂੰ ਬਾਰ-ਬਾਰ ਅਸੀਂ ਇਸ ਕੰਟੀਨਿਊਟੀ ਨੂੰ ਤੋੜਿਆ, ਬਾਣੀਆਂ ਵੰਡੀਆਂ, ਹਰ ਇੱਕ ਤਰੀਕੇ ਨਾਲ ਅਸੀਂ ਕਰਦੇ ਗਏ। ਹੁਣ ਇਹਦੇ ਵਿੱਚੋਂ ਇਹ ਨਿਕਲ ਕੇ ਆਉਂਦੀ ਹੈ ਸਾਡੀ ਪ੍ਰੋਬਲਮ, ਕਿ ਸਾਡੀ ਪ੍ਰੋਬਲਮ ਹੈ ਬੇਸਿਕਲੀ ਕੀ? ਅਸੀਂ ਅੱਖਰਾਂ ਨੂੰ ਸਿਰਫ ਅੱਖਰ ਰੱਖ ਲਿਆ, ਉਹਨਾਂ ਵਿੱਚੋਂ ਭਾਵ ਮਾਈਨਸ ਕਰ ਦਿੱਤੇ। ਹਰ ਇੱਕ ਸਿੱਖ ਅਰਦਾਸ ਦੇ ਵਿੱਚ ਹਰ ਵਾਰ ਇੱਕ ਗੱਲ ਦੁਹਰਾਉਂਦਾ ਆ, ਉਹ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਜਦੋਂ ਇਹ ਸਾਰਾ ਕੁਛ ਲੈ ਕੇ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ। ਫਿਰ ਇਹ ਗੱਲ ਆਉਂਦੀ ਹੈ ਕਿ ਜਦੋਂ ਤੱਕ ਤੁਹਾਡਾ ਆਹ ਸਾਰਾ ਕੁਛ ਜੋ ਤੁਹਾਨੂੰ ਗੁਰੂ ਨੇ ਦਾਨ ਦੇ ਵਿੱਚ ਦਿੱਤਾ ਸੀ, ਤੁਹਾਡਾ ਕਿਰਦਾਰ ਸਿਰਜਿਆ ਸੀ, ਉਹ ਕਿਰਦਾਰ ਤੁਹਾਡਾ ਪੱਕਾ ਰਿਹਾ। ਤੁਹਾਡੇ ਕੋਲ ਸਿੱਖੀ ਵੀ ਹੈ, ਤੁਹਾਡੇ ਕੋਲ ਕੇਸ ਵੀ ਹੈ, ਰਹਿਤ ਵੀ ਹੈ, ਵਿਵੇਕ ਵੀ ਹੈ। ਔਰ ਉਸ ਤੋਂ ਬਾਅਦ ਜਾ ਕੇ ਜਿਹੜੇ ਤੁਹਾਡੇ ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਨੇ। ਔਰ ਫਿਰ ਉਸ ਬੰਦੇ ਦੇ ਜਿਹੜਾ ਇਸ ਚੀਜ਼ਾਂ, ਇਹਨਾਂ ਨਿਯਮਾਂ ਦੇ ਉੱਤੇ ਖਰਾ ਉਤਰਦਾ ਆ, ਜਿਨ੍ਹਾਂ ਦੇ ਭਾਂਡੇ ਨੂੰ ਗੁਰੂ ਇਸ ਕਾਬਲ ਸਮਝਦਾ ਹੈ ਕਿ ਇਹਦੇ ਵਿੱਚ ਮੈਂ ਆਹ ਦਾਨ ਪਾ ਸਕਾਂ, ਉਹਨਾਂ ਦੇ ਧਰਮ ਦੀ ਫਿਰ ਜੈਕਾਰ ਹੈ। ਇਹ ਗੱਲ ਸਾਨੂੰ ਸਮਝਣੀ ਪਊਗੀ। ਅਸੀਂ ਅਰਦਾਸ ਕਰਦੇ ਹਾਂ ਪਰ ਅਰਦਾਸ ਨੂੰ ਸਮਝਦੇ ਨਹੀਂ। ਸਾਨੂੰ ਕੱਲਾ ਕੱਲਾ ਅੱਖਰ ਤੋੜ ਕੇ ਦੇਖਣਾ ਸੀ, ਸਮਝਣਾ ਸੀ। ਖੈਰ, ਇੱਥੋਂ ਹੀ ਅਗਲੀ ਵਾਰੀ ਮੈਂ ਸ਼ੁਰੂ ਕਰੂੰਗੀ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਚੀਜ਼ ਹੈ ਸਿੱਖੀ ਦਾਨ, ਕੇਸ ਦਾਨ, ਇਹ ਕਿੱਦਾਂ ਇੰਪੋਰਟੈਂਟ ਆ, ਇਹਨਾਂ ਦੀ ਇੰਪੋਰਟੈਂਸ ਕੀ ਆ, ਮਹੱਤਵ ਕੀ ਆ, ਔਰ ਇਹਦੇ ਵਿੱਚੋਂ ਕਿਵੇਂ ਸਾਡਾ ਕਿਰਦਾਰ ਨਿਕਲ ਕੇ ਆਉਂਦਾ, ਇਹ ਆਪਾਂ ਅਗਲੀ ਵਾਰੀ ਡਿਸਕਸ ਕਰਾਂਗੇ। ਸਾਨੂੰ ਆਪਣੇ ਕੋਈ ਵੀ ਕੁਐਸਚਨਸ, ਕਿਸੇ ਤਰ੍ਹਾਂ ਦੇ ਵੀ ਸਵਾਲ, ਉਹ ਜ਼ਰੂਰ ਲਿਖ ਕੇ ਪਾਇਓ ਔਰ ਮੈਂ ਕੋਸ਼ਿਸ਼ ਕਰੂੰਗੀ ਉਹਨਾਂ ਦੇ ਜਵਾਬ ਦੇਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।